मैम मैं जानना चाहूँगा पहले तो कि बीमारी की है थैलेसीमिया जिसनों लैके लोग कई ਜਿਹੜਾ ਹੈ ਉਹ ਗੱਲਾਂ ਵੀ ਕਰਦੇ ਹੈਗੇ ਨੇ ਪਰ ਐਕਚੁਅਲ ਦੇ ਵਿੱਚ ਹੈ ਕੀ ਹੈ। ਲਿਟਰਲੀ ਇਹ ਮੇਰੇ ਲਈ ਬਲੇਸਿੰਗ ਹੀ ਨੇ ਔਰ ਬਲੇਸਿੰਗ ਬਣ ਕੇ ਕਿਦੋਂ ਆ ਗਏ ਮੇਰੇ ਸਾਹਮਣੇ ਤੇ ਮੈਨੂੰ ਮਤਲਬ ਪਤਾ ਹੀ ਨਹੀਂ ਚੱਲਿਆ। ਪਹਿਲੀ ਵਾਰ ਮੇਰੀ ਇਹਨਾਂ ਨਾਲ ਗੱਲ ਫੋਨ ਤੇ ਹੋਈ ਸੀ, ਉਸ ਤੋਂ ਪਹਿਲੇ ਮੈਂ ਸਿਰਫ ਇਹਨਾਂ ਨੂੰ ਦੇਖਿਆ ਸੀ ਬਟ ਇਹਨਾਂ ਨਾਲ ਕਦੀ ਗੱਲਬਾਤ ਨਹੀਂ ਕੀਤੀ ਸੀ, ਕਦੀ ਮਿਲੀ ਵੀ ਨਹੀਂ ਸੀ। ਅੱਛਾ ਬਾਈ ਜੀ ਘਰ ਦੇ ਮੰਨ ਗਏ ਸੀਗੇ ਜਦੋਂ ਤੁਸੀਂ ਮਤਲਬ ਕਿਹਾ ਕਿ ਮੈਂ ਇਹਨਾਂ ਦੇ ਨਾਲ ਜਿਹੜਾ ਹੈਗਾ ਹੁਣ ਵਿਆਹ ਕਰਾਉਣਾ ਹੈਗਾ ਹੈ, ਸਾਰਾ ਕੁਝ ਜਦੋਂ ਤੁਸੀਂ ਫੈਮਿਲੀ ਨੂੰ ਦੱਸਿਆ ਉਦੋਂ ਕੋਈ ਪ੍ਰਸ਼ਨ ਤਾਂ ਨਹੀਂ ਖੜੇ ਹੋਏ ਉਸ ਵਕਤ ਘਰ ਦੇ ਮੰਨ ਗਏ ਸੀ? ਔਰ ਇੱਕ ਹੁੰਦਾ ਨਾ ਜਿਹੜਾ ਉਹ ਲੇਡੀਜ਼ ਨੂੰ ਇੱਕ ਪੱਕੀ ਆਦਤ ਹੁੰਦੀ ਹੈ ਤੇ ਤਿਆਰ ਹੋਣ ਵਾਲਾ, ਮੈਂ ਤਿਆਰ ਹੋ ਕੇ ਅੱਧਾ ਪੌਣਾ ਘੰਟਾ ਬੈਠੇ ਰਹਿਣਾ। ਹੋ ਗਿਆ ਕਰਤੇ ਆਈ ਵਾਸ ਆਫ 6 ਮੰਥਸ ਜਦੋਂ ਸਟਾਰਟ ਹੋਇਆ ਸੀ, ਠੀਕ ਹੈ, ਤੇ ਹੁਣ ਮੇਰੀ ਏਜ 34 ਇਅਰਸ ਹੈ ਤੇ ਮਤਲਬ ਉਹ ਸਿਰਫ ਇਸੇ ਲਈ ਇੰਨਾ ਟਾਈਮ ਵੀ ਨਿਕਲ ਗਿਆ ਕਿਉਂਕਿ ਇੱਕ ਕੇਅਰ ਪ੍ਰੋਪਰ ਹੋਈ ਹੈ ਤੇ ਜੋ ਇਹ ਮੈਨੂੰ ਇਸੇ ਲਈ ਗੁੱਸਾ ਕਰਦੇ ਕਿ ਜੇ ਇੱਥੇ ਤੱਕ ਸਭ ਕੁਝ ਠੀਕ ਰਿਹਾ ਹੈ ਤੇ ਤੇਰੇ ਫੇਸ ਤੇ ਉਹ ਟੈਨਸ਼ਨ ਨਹੀਂ ਆਉਣੀ ਚਾਹੀਦੀ। ਮੇਰੇ ਫੇਸ ਤੇ ਦਿਖਦਾ ਹੈ। ਅੱਜ ਤੁਹਾਡੀ ਮੁਲਾਕਾਤ ਅਜਿਹੀ ਲਵ ਜੋੜੀ ਦੇ ਨਾਲ ਕਰਾਵਾਂਗੇ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਐਕਸੈਪਟ ਕਰਕੇ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਜੀਣਾ ਸਿੱਖਿਆ ਹੋਇਆ ਹੈ। ਅੱਜ ਸਾਡੇ ਨਾਲ ਦਿਸ਼ਾ ਬੈਠੇ ਹੋਏ ਨੇ ਤੇ ਜਗਰੂਪ ਬੈਠੇ ਹੋਏ ਨੇ। ਦਿਸ਼ਾ ਹੋਰਾਂ ਨੂੰ ਇੱਕ ਬਿਮਾਰੀ ਹੈ ਜਿਸ ਦਾ ਨਾਮ ਥੈਲੇਸੀਮੀਆ ਹੈ। ਇਹ ਬਿਮਾਰੀ ਕੀ ਹੈ ਉਸ ਬਾਰੇ ਵੀ ਤੁਹਾਨੂੰ ਦੱਸਾਂਗੇ, ਪਰ ਦੱਸ ਦੇਣਾ ਚਾਹੁੰਦਾ ਮੈਂ ਇਸ ਬਿਮਾਰੀ ਦੇ ਬਾਵਜੂਦ ਵੀ ਦਿਸ਼ਾ ਤੇ ਜਗਰੂਪ ਅਜਿਹੀ ਲਾਈਫ ਜੀ ਰਹੇ ਨੇ ਜਿਸ ਨੂੰ ਤੁਸੀਂ ਸੁਣ ਕੇ ਅਤੇ ਦੇਖ ਕੇ ਹੈਰਾਨ ਹੋ ਜਾਓਗੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ, ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜਾਣਾਂਗੇ। ਮੈਮ ਬਹੁਤ ਸਵਾਗਤ ਹੈ ਤੇ ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਥੈਂਕ ਯੂ ਸੋ ਮਚ ਜੀ ਤੁਹਾਡਾ ਵੀ ਸਵਾਗਤ। ਥੈਂਕ ਯੂ ਸੋ ਮਚ। ਥੈਂਕ ਯੂ ਮੈਮ ਮੈਂ ਜਾਣਨਾ ਚਾਹੂँਗਾ ਪਹਿਲਾਂ ਤਾਂ ਕਿ ਬਿਮਾਰੀ ਕੀ ਹੈ ਥੈਲੇਸੀਮੀਆ ਜਿਸ ਨੂੰ ਲੈ ਕੇ ਲੋਕ ਕਈ ਜਿਹੜਾ ਹੈ ਉਹ ਗੱਲਾਂ ਵੀ ਕਰਦੇ ਹੈਗੇ ਨੇ ਪਰ ਐਕਚੁਅਲ ਦੇ ਵਿੱਚ ਹੈ ਕੀ ਹੈ। ਉਸ ਤੋਂ ਬਾਅਦ ਤੁਸੀਂ ਜ਼ਿੰਦਗੀ ਕਿਵੇਂ ਇਸ ਬਿਮਾਰੀ ਦੇ ਨਾਲ ਜ਼ਿੰਦਗੀ ਕਿਵੇਂ ਤੁਸੀਂ ਜੀ ਹੈ? ਜੇ ਮੈਂ ਇੱਕ ਕਾਮਨ ਲੈਂਗੁਏਜ ਦੇ ਵਿੱਚ ਦੱਸਾਂ ਤਾਂ ਥੈਲੇਸੀਮੀਆ ਬੇਸਿਕਲੀ ਇੱਕ ਬਲੱਡ ਡਿਸਆਰਡਰ ਹੈ ਔਰ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਹੀਮੋਗਲੋਬਿਨ ਲੈਵਲ ਹੈ ਬੋਡੀ ਦਾ, ਜਿਹਨੂੰ ਅਸੀਂ HB ਕਹਿੰਦੇ ਹਾਂ, ਉਹ ਘਟਦਾ ਹੈ ਅਤੇ ਉਸ ਦੇ ਘਟਣ ਕਾਰਨ ਸਾਨੂੰ ਰਿਕੁਆਇਰਮੈਂਟ ਹੁੰਦੀ ਹੈ ਕਿ ਸਾਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਅਸੀਂ ਡੇਲੀ ਲਾਈਫ ਦੇ ਵਿੱਚ ਆਪਣੇ ਜੋ ਵੀ ਕੰਮ ਕਾਜ ਕਰਦੇ ਹਾਂ, ਜਿੱਦਾਂ ਦੀ ਸਾਡਾ ਰੂਟੀਨ ਹੈ, ਅਤੇ ਉਹ ਸਾਡਾ ਜਿਹੜਾ HB ਲੈਵਲ ਕਾਊਂਟ, ਜਿਹੜਾ ਬਲੱਡ ਕਾਊਂਟ ਆ, ਉਹ ਘੱਟ ਜਾਂਦਾ ਹੈ, ਹੋਰ ਬਲੱਡ ਦੀ ਜ਼ਰੂਰਤ ਪੈਂਦੀ ਹੈ। ਅਤੇ ਆਲਮੋਸਟ ਜਿਵੇਂ ਕਿ ਮੈਨੂੰ ਥੈਲੇਸੀਮੀਆ ਮੇਜਰ ਹੈ ਅਤੇ ਮੇਜਰ ਕੇਸਿਸ ਦੇ ਵਿੱਚ ਇਸ ਏਜ ਗਰੁੱਪ 'ਚ ਮੈਨੂੰ 2 ਵਾਰੀ ਬਲੱਡ ਜਿਹੜਾ ਹੈ ਮੰਥ ਦੇ ਵਿੱਚ ਲੈਣਾ ਪੈਂਦਾ ਹੈ। ਸੋ ਮੇਰੇ 15 ਡੇਜ਼ ਬਾਅਦ ਟਰਾਂਸਫਿਊਜ਼ਨ ਹੁੰਦਾ ਹੈ 1 ਯੂਨਿਟ। ਕਈ ਵਾਰੀ ਕੁਛ ਲੋਕ ਆਪਣੇ ਕੰਫਰਟ ਦੇ ਹਿਸਾਬ ਨਾਲ 1 ਵਾਰੀ 2 ਯੂਨਿਟ ਲੈ ਲੈਂਦੇ ਨੇ। ਕਈ ਕੇਸਿਸ 'ਚ ਹੁੰਦਾ ਹੈ ਕਿ ਮੈਨੂੰ ਕਈ ਵਾਰੀ ਕੁਐਸਚਨ ਕੀਤਾ ਜਾਂਦਾ ਹੈ ਕਿ ਤੁਹਾਡੀ ਬੋਡੀ ਦੇ ਵਿੱਚੋਂ ਪਹਿਲੇ ਸਾਰਾ ਬਲੱਡ ਨਿਕਾਲਦੇ ਨੇ ਐਂਡ ਦੈਨ ਤੁਹਾਨੂੰ ਦੁਬਾਰਾ ਬਲੱਡ ਲਗਾਇਆ ਜਾਂਦਾ। ਉਹ ਬਹੁਤ ਸੈਪਰੇਟ ਮਤਲਬ ਡਿਫਰੈਂਟ ਡਿਜ਼ੀਜ਼ ਹੈ। ਥੈਲੇਸੀਮੀਆ ਮੇਜਰ ਦੇ ਵਿੱਚ ਇਸ ਤਰ੍ਹਾਂ ਕੁਛ ਨਹੀਂ ਹੁੰਦਾ। ਤੁਹਾਡਾ ਜੋ ਬਲੱਡ ਤੁਹਾਡੇ ਅੰਦਰ ਹੈ ਉਹ ਤੁਹਾਡੇ ਅੰਦਰ ਹੀ ਰਹਿੰਦਾ ਹੈ, ਬਸ ਉਹ ਘੱਟ ਜਾਂਦਾ ਹੈ, ਇਸ ਲਈ ਹੋਰ ਬਲੱਡ ਦੀ ਜ਼ਰੂਰਤ ਪੈਂਦੀ ਹੈ ਜੋ ਤੁਹਾਨੂੰ ਟਰਾਂਸਫਿਊਜ਼ ਕੀਤਾ ਜਾਂਦਾ ਹੈ। ਸੋ ਇਸ ਦੇ ਵਿੱਚ ਇਸ ਤਰ੍ਹਾਂ ਨਾਲ ਹੁੰਦਾ ਹੈ। ਅੱਛਾ ਹੁਣ ਮੈਂ ਤੁਹਾਡੀ ਜ਼ਿੰਦਗੀ ਬਾਰੇ ਜ਼ਰੂਰ ਜਾਣਨਾ ਚਾਹੂँਗਾ। ਤੁਸੀਂ ਕਿਵੇਂ ਜਗਰੂਪ ਜੀ ਨੂੰ ਮਿਲੇ ਅਤੇ ਉਸ ਤੋਂ ਬਾਅਦ ਕਿਵੇਂ ਲਾਈਫ ਜਿਹੜੀ ਹੈ ਉਹ ਤੁਸੀਂ ਚੇਂਜ ਕੀਤੀ? ਮੈਨੂੰ ਖੁਦ ਨਹੀਂ ਪਤਾ ਕਿ ਜਗਰੂਪ ਕਦੋਂ ਮੇਰੀ ਲਾਈਫ ਦੇ ਵਿੱਚ ਆਏ ਹੈ। ਮਤਲਬ ਐਗਜ਼ੈਕਟਲੀ ਮਤਲਬ ਮੇਰੇ ਕੋਲ ਦੱਸਣ ਲਈ ਇਸ ਤਰ੍ਹਾਂ ਕੁਛ ਨਹੀਂ ਹੈ ਕਿ ਕਿਵੇਂ, ਜਿਵੇਂ ਹੁੰਦਾ ਨਾ ਕਿ ਲੋਕ ਕਹਿੰਦੇ ਹੈ ਕਿ ਹਾਂ ਤੁਸੀਂ ਆਪਣੀ ਲਾਈਫ ਨੂੰ ਪ੍ਰੋਪਰ ਜਿਵੇਂ ਦੀ ਵੀ ਹੈ ਉਸ ਨੂੰ ਖੁਸ਼ ਹੋ ਕੇ ਜੀਂਦੇ ਹੋ ਅਤੇ ਤੁਹਾਡੇ ਲਈ ਬਲੈਸਿੰਗਸ ਕ੍ਰੀਏਟ ਹੁੰਦੀਆਂ ਜਾਂਦੀਆਂ। ਲਿਟਰਲੀ ਇਹ ਮੇਰੇ ਲਈ ਬਲੈਸਿੰਗ ਹੀ ਨੇ ਔਰ ਬਲੈਸਿੰਗ ਬਣ ਕੇ ਕਿਦੋਂ ਆ ਗਏ ਮੇਰੇ ਸਾਹਮਣੇ ਤੇ ਮੈਨੂੰ ਮਤਲਬ ਪਤਾ ਹੀ ਨਹੀਂ ਚੱਲਿਆ। ਪਹਿਲੀ ਵਾਰ ਮੇਰੀ ਇਹਨਾਂ ਨਾਲ ਗੱਲ ਫੋਨ ਤੇ ਹੋਈ ਸੀ, ਉਸ ਤੋਂ ਪਹਿਲੇ ਮੈਂ ਸਿਰਫ ਇਹਨਾਂ ਨੂੰ ਦੇਖਿਆ ਸੀ ਬਟ ਇਹਨਾਂ ਨਾਲ ਕਦੀ ਗੱਲਬਾਤ ਨਹੀਂ ਕੀਤੀ ਸੀ, ਕਦੀ ਮਿਲੀ ਵੀ ਨਹੀਂ ਸੀ। ਔਰ ਬਸ ਇੱਕ ਵਾਰੀ ਫੋਨ ਤੇ ਗੱਲਬਾਤ ਹੋਈ ਔਰ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਮੈਨੂੰ ਪੁੱਛਿਆ ਕਿ ਮੈਂ ਤੁਹਾਡੇ ਬਾਰੇ ਬਹੁਤ ਪੜ੍ਹਿਆ ਹੈ ਔਰ ਉਦੋਂ ਨਿਊਜ਼ ਸਟੋਰੀਜ਼ ਆਉਂਦੀਆਂ ਰਹਿੰਦੀਆਂ ਸੀ TV 'ਤੇ ਵੀ ਅਤੇ ਨਿਊਜ਼ਪੇਪਰਸ 'ਚ ਵੀ। ਅਤੇ ਇਹਨਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਮੈਂ ਥੋੜ੍ਹੀ ਡੀਟੇਲ ਵਿੱਚ ਜਾਣਨਾ ਚਾਹੁੰਦਾ ਕਿ ਕੀ ਹੁੰਦਾ ਹੈ। ਅਤੇ ਫਿਰ ਮੈਂ ਇਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਲਾਈਫ ਹੈ ਔਰ ਮੈਨੂੰ ਇੱਦਾਂ ਲੱਗਦਾ ਸੀ ਵੀ ਜਿਸ ਤਰ੍ਹਾਂ ਇੱਕ ਜਰਨਲਿਸਟ ਆਲਰੇਡੀ ਪਹਿਲਾਂ ਜਿਵੇਂ ਸਾਰੇ ਪੁੱਛਦੇ ਰਹੇ ਨੇ ਅਤੇ ਮੈਨੂੰ ਲੱਗਦਾ ਸੀ ਕਿ ਉੱਦਾਂ ਹੀ ਇੱਕ ਹੋਰ ਜਰਨਲਿਸਟ ਨੇ ਜੋ ਸ਼ਾਇਦ ਜਾਣਨਾ ਚਾਹੁੰਦੇ ਨੇ ਇਸ ਬਾਰੇ, ਅਤੇ ਮੈਂ ਇਹਨਾਂ ਨੂੰ ਸਾਰਾ ਡੀਟੇਲ ਵਿੱਚ ਦੱਸਿਆ ਪਹਿਲੀ ਵਾਰ। ਫਿਰ ਆਈ ਗੈਸ ਇੱਕ ਅੱਧੀ ਵਾਰ ਹੋਰ ਦੁਬਾਰਾ ਗੱਲ ਹੋਈ ਹੋਏਗੀ ਤਾਂ ਫਿਰ ਇਹਨਾਂ ਨੇ ਮੈਨੂੰ ਪੁੱਛਿਆ ਠੀਕ ਹੈ ਤੁਹਾਡੇ ਫਿਊਚਰ ਪਲਾਨਸ ਕੀ ਨੇ, ਅਤੇ
ਮੈਂ ਉਹਨਾਂ ਨੂੰ ਦੱਸਿਆ ਕਿ ਪ੍ਰੋਫੈਸ਼ਨਲੀ ਮੈਂ ਸੇਮ ਸਟਰੀਮ 'ਚ ਹੀ ਕੰਮ ਕਰ ਰਹੀ ਹਾਂ ਜਿੱਥੇ ਜੋਬ ਸੀਗੀ। ਮੈਂ ਇਹਨਾਂ ਨੂੰ ਦੱਸਿਆ ਐਂਡ ਦੈਨ ਇਹਨਾਂ ਨੇ ਪੁੱਛਿਆ ਕਿ ਠੀਕ ਹੈ ਅੱਗੇ ਆਪਣੀ ਮੈਰਿਜ ਬਾਰੇ ਕੀ ਸੋਚਦੇ ਹੋ, ਕੀ ਪਲਾਨਸ ਨੇ। ਅਤੇ ਮੈਂ ਕਿਹਾ ਕਿ ਮੇਰੇ ਲਈ ਮਤਲਬ ਆਈ ਐਮ ਓਪਨ ਟੂ ਗੈਟ ਮੈਰਿਡ, ਬਸ ਇਹ ਆ ਕਿ ਮੇਰੇ ਪੇਰੈਂਟਸ ਨੂੰ ਜਿੱਥੇ ਸੈਟਿਸਫੈਕਸ਼ਨ ਹੋਏਗੀ ਉੱਥੇ ਮੈਂ ਦੇਖੂੰਗੀ, ਬਟ ਮੇਰੀ ਕੋਈ ਇੱਦਾਂ ਪਰਸਨਲ ਚੋਇਸ ਨਹੀਂ ਹੈ। ਬਸ ਹਾਂ ਇੱਦਾਂ ਹੋਣਾ ਚਾਹੀਦਾ ਕਿ ਆਈ ਐਮ ਦੀ ਓਨਲੀ ਡਾਟਰ ਆਫ ਮਾਈ ਪੇਰੈਂਟਸ, ਅਤੇ ਮੇਰੇ ਹਸਬੈਂਡ ਇੱਦਾਂ ਦੇ ਹੋਣ ਜੋ ਮੇਰੇ ਹਸਬੈਂਡ ਤੇ ਬਣ ਰਹੇ ਨੇ, ਬਟ ਪਹਿਲੇ ਉਹ ਮੇਰੇ ਪੇਰੈਂਟਸ ਦਾ ਬੇਟਾ ਬਣਨ, ਅਤੇ ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ। ਭਾਈ ਜੀ ਕਿਵੇਂ ਤੁਸੀਂ ਇਹਨਾਂ ਦੇ ਪੇਰੈਂਟਸ ਨੂੰ ਕਿਵੇਂ ਮਨਾਇਆ ਅਤੇ ਕਿਵੇਂ ਤੁਹਾਡੀ ਮੁਲਾਕਾਤ ਹੋਈ? ਮਨਾਇਆ ਇਨ ਦਾ ਸੈਂਸ ਕੁਛ ਖਾਸ ਨਹੀਂ ਕੀਤਾ, ਬਸ ਇਹ ਹੈ ਕਿ ਜਦੋਂ ਆਪਣੇ ਪਹਿਲਾਂ ਇੱਕ ਐਜ਼ ਏ ਫਰੈਂਡ ਇੱਕ ਦੋ ਵਾਰੀ ਮੁਲਾਕਾਤ ਹੋਈ ਸੀਗੀ ਉਹਨਾਂ ਨਾਲ, ਅਤੇ ਉਹਨਾਂ ਨੇ ਐਜ਼ ਏ ਫਰੈਂਡ ਹੀ ਮੈਨੂੰ ਮਤਲਬ ਕਿ ਡੀਲ ਕੀਤਾ ਸੀਗਾ ਕਿ ਚਲੋ ਜਿਵੇਂ ਬੇਟੀ ਦੇ ਕੋਈ ਹੋਰ ਫਰੈਂਡਸ ਵੀ ਨੇ ਅਤੇ ਇਹ ਵੀ ਇੱਕ ਫਰੈਂਡ ਹੈਗਾ, ਅੱਛਾ ਫਰੈਂਡ ਹੈਗਾ, ਥੋੜ੍ਹੀ ਬੌਂਡਿੰਗ ਬਣਦੀ ਸੀਗੀ। ਕਿਉਂਕਿ ਇਹਨਾਂ ਦੇ ਬਾਰੇ ਜਾਣਨ ਲਈ ਥੋੜ੍ਹਾ ਜਿਹਾ ਸੀਗਾ, ਉਹਨਾਂ ਤੋਂ ਵੀ ਪੁੱਛਦਾ ਰਹਿੰਦਾ ਸੀਗਾ ਅਤੇ ਉਹਨਾਂ ਨਾਲ ਵੀ ਜਾਣਕਾਰੀ ਹੁੰਦੀ ਸੀਗੀ। ਅਤੇ ਜਦੋਂ ਇੱਕ ਅਹਿਸਾਸ ਹੋਇਆ ਕਿ ਹਾਂ ਵੀ ਇੱਕ ਇਹਨਾਂ ਨੂੰ ਆਪਣੀ ਲਾਈਫ 'ਚ ਲਿਆਉਣਾ ਹੈ ਅਤੇ ਲਾਈਫ ਦਾ ਪਾਰਟ ਬਣਨਾ ਹੈ ਅਤੇ ਬੈਟਰ ਹਾਫ ਇੱਕ ਜਿਹੜਾ ਲਾਈਫ ਦਾ ਬਣਾਉਣਾ ਹੈਗਾ, ਅਤੇ ਫਿਰ ਉਹਨਾਂ ਨਾਲ ਗੱਲ ਕੀਤੀ ਕਿ ਇੱਦਾਂ, ਅਤੇ ਮੇਰੀ ਇੱਕ ਆਪਣੇ ਇੱਛਾ ਹੈਗੀ ਆ ਅਤੇ ਇਹਨਾਂ ਨੂੰ ਐਜ਼ ਏ ਲਾਈਫ ਪਾਰਟਨਰ ਆਪਣੀ ਲਾਈਫ ਵਿੱਚ ਅਡੋਪਟ ਕਰਨਾ ਚਾਹੁੰਦਾ, ਅਤੇ ਆਪਣੀ ਲਾਈਫ ਵਿੱਚ ਮੈਂ ਚਾਹੁੰਦਾ ਮੇਰੀ ਲਾਈਫ ਦਾ ਪਾਰਟ ਬਣਨ। ਅਤੇ ਉਹਨਾਂ ਨੇ ਮੈਨੂੰ ਇੱਕ ਚੀਜ਼ ਦੱਸਿਆ ਕਿ ਤੁਹਾਨੂੰ ਸ਼ਾਇਦ ਇਹਦੇ ਬਾਰੇ ਪਤਾ ਨਹੀਂ ਹੈਗਾ ਜਾਂ ਫਿਰ ਖੁੱਲ੍ਹ ਕੇ ਨਹੀਂ ਪਤਾ। ਮੈਂ ਕਿਹਾ ਮੈਨੂੰ ਪਤਾ ਹੈ ਜੋ ਇਹਨਾਂ ਦੇ ਨਾਲ ਇੱਕ ਪ੍ਰੋਬਲਮ ਹੈਗੀ ਆ, ਇੱਕ ਬਿਮਾਰੀ ਨਹੀਂ ਕਹੂੰਗਾ ਇਹ, ਚਲੋ ਤੁਸੀਂ ਬਿਮਾਰੀ ਦਾ ਜ਼ਿਕਰ ਕੀਤਾ ਜਾਂ ਬਿਮਾਰੀ ਕਿਹਾ, ਮੈਂ ਇਹਨੂੰ ਬਿਮਾਰੀ ਨਹੀਂ ਕਹੂੰਗਾ, ਇੱਕ ਕਮੀ ਹੈ ਜਿਹੜੀ ਇੱਕ ਸਾਡੇ ਨੋਰਮਲ ਹਰ ਇੱਕ ਬੰਦੇ 'ਚ ਹੁੰਦੀ ਹੈ ਕਿ ਜਦੋਂ ਉਹਦਾ ਬਲੱਡ, ਜਦੋਂ ਅਸੀਂ ਕੰਮ ਕਰਦੇ ਹਾਂ ਡੇਲੀ ਰੂਟੀਨ ਵਿੱਚ ਐਕਟਿਵ ਆਪਣੇ ਬਿਜ਼ੀ ਸ਼ਡਿਊਲ ਰਹਿੰਦਾ ਜਾਂ ਫਿਰ ਜਦੋਂ ਰੁਝੇਵੇਂ ਹੁੰਦੇ ਨੇ, ਅਤੇ ਉਹਦੇ ਵਿੱਚ ਇਹ ਹੈ ਕਿ ਬਲੱਡ ਹਰੇਕ ਕਿਸੇ ਦਾ ਘੱਟਦਾ ਵੱਧਦਾ, ਸਾਡਾ ਨੋਰਮਲ ਡੈਡ ਨਾਲ ਪੂਰਾ ਹੋ ਜਾਂਦਾ। ਇਹਨਾਂ ਵਿੱਚ ਥੋੜ੍ਹੀ ਇੱਕ ਬਿਮਾਰੀ ਨਹੀਂ, ਕਮੀ ਹੈ ਕਿ ਇਹਨਾਂ ਨੂੰ ਬਲੱਡ ਇੱਕ ਆਪਣੇ ਆਪ ਨਹੀਂ ਬਣਦਾ, ਉਹ ਚਲੋ ਰੀਫਿਲ ਕਰਵਾਉਣਾ ਪੈਂਦਾ, ਬਟ ਇੱਕ ਫਾਰਮ ਲਾਈਫ ਦਾ ਪਾਰਟ ਹੈ ਅਤੇ ਉਸ ਚੀਜ਼ ਨੂੰ ਬਿਮਾਰੀ ਨਹੀਂ ਕਹੂੰਗਾ। ਅਤੇ ਉਹਨਾਂ ਨੇ ਕਿਹਾ ਤੁਸੀਂ ਇੱਕ ਦਿਨ ਇਹਨਾਂ ਦੇ ਨਾਲ ਹੋਸਪਿਟਲ ਆ ਕੇ ਬਿਤਾਓ, ਜਦੋਂ ਇੱਕ ਇਹਨਾਂ ਦਾ ਟ੍ਰਾਂਸਫਿਊਜ਼ਨ ਹੁੰਦਾ ਹੈ, ਬਲੱਡ ਚੜ੍ਹਦਾ ਹੈ, ਸਾਰਾ ਦਿਨ ਕਿਵੇਂ ਇਹ ਜਾਂਦੇ ਨੇ, ਕਿੰਨਾ ਸਮਾਂ ਲੱਗਦਾ ਉੱਥੇ, ਅਤੇ ਸਾਰੇ ਕੀ ਚੀਜ਼ਾਂ ਤੋਂ ਗੁਜ਼ਰਦੇ ਨੇ, ਇਹ ਕੀ ਫੀਲ ਕਰਦੇ ਨੇ, ਅਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਲੱਗਦਾ ਹੋਏਗਾ ਅਤੇ ਫਿਰ ਅਸੀਂ ਇਸ ਬਾਰੇ ਅੱਗੇ ਗੱਲ ਕਰਾਂਗੇ। ਅਤੇ ਮੈਨੂੰ ਲੱਗਦਾ ਕਿ ਹਾਲੇ ਤੱਕ ਮੈਂ ਇੱਦਾਂ ਦੀ ਕੋਈ ਸਟੋਰੀ ਸੁਣੀ ਨਹੀਂ ਹੋਏਗੀ, ਅਤੇ ਮੈਂ ਇਕਲੌਤਾ ਆਪਣੇ ਆਪ ਨੂੰ ਕਹੂੰਗਾ ਜਿਹਨੇ ਮਤਲਬ ਕਿ ਇੱਕ ਵਿਆਹ ਦੀ ਗੱਲਬਾਤ ਜਾਂ ਕਿ ਇੱਕ ਫਿਊਚਰ ਦੀ ਗੱਲਬਾਤ ਨਾ, ਇੱਕ ਹੋਸਪਿਟਲ 'ਚ ਮੇਰੀ ਹੋਸਪਿਟਲ ਦੇ ਵਿੱਚ ਤੁਹਾਡੀ ਗੱਲ ਹੋਸਪਿਟਲ ਮੇਰੀ ਜਿਹੜੀ ਆਪਣੀ ਇੱਕ ਹੈ ਨਾ ਡੇਟ ਹੋਈ ਸੀਗੀ ਇਹਨਾਂ ਨਾਲ, ਅਤੇ ਮਤਲਬ ਸਾਰੇ ਦਿਹਾੜੀ ਇਹਨਾਂ ਨਾਲ ਸਪੈਂਡ ਕੀਤਾ, ਜਿਹੜਾ ਸ਼ਡਿਊਲ ਚਲੋ ਬਲੱਡ ਦਾ ਆਉਂਦਾ ਰਿਹਾ, ਸਾਰਾ ਹੁੰਦਾ ਰਿਹਾ। ਅਤੇ ਉਸ ਤੋਂ ਬਾਅਦ ਜਦੋਂ ਸ਼ਾਮੀ ਇਹਨਾਂ ਨੇ ਮਤਲਬ ਪੁੱਛਿਆ ਤੁਸੀਂ ਸਾਰਾ ਦਿਨ ਦੇਖਿਆ ਅਤੇ ਹੁਣ ਤੁਹਾਡਾ ਡਿਸੀਜ਼ਨ ਕੀ ਹੈ, ਮੇ ਬੀ ਸ਼ਾਇਦ ਬਦਲਿਆ ਨਾ ਹੋਵੇ। ਅਤੇ ਮੈਂ ਕਹਿੰਦਾ ਮੇਰਾ ਡਿਸੀਜ਼ਨ ਉਹੀ ਸੀਗਾ ਜਿਹੜਾ ਪਹਿਲਾਂ ਸੀਗਾ, ਮੈਂ ਹਾਲੇ ਵੀ ਇਹਨਾਂ ਨੂੰ ਆਪਣੇ ਲਾਈਫ ਦੇ ਵਿੱਚ ਆਪਣਾ ਇੱਕ ਪਾਰਟ ਬਣਾਉਣਾ ਚਾਹੂੰਗਾ। ਅਤੇ ਉਸੇ ਨਾਲ ਇਹ ਵੀ ਉਹਨਾਂ ਨੂੰ ਇੱਕ ਨਿਸ਼ਚਿਤ ਜਿਹੜਾ ਕਰਵਾਇਆ ਸੀਗਾ ਕਿ ਸਿਰਫ ਮੈਂ ਹੀ ਨਹੀਂ, ਮੇਰੀ ਫੈਮਿਲੀ ਵੀ ਇਸ ਚੀਜ਼ ਤੋਂ ਅਵੇਅਰ ਹੈਗੀ ਹੈ ਅਤੇ ਉਹਨਾਂ ਨੂੰ ਵੀ ਕੋਈ ਇਸ਼ੂ ਨਹੀਂ ਹੈਗਾ, ਅਤੇ ਅਸੀਂ ਸਾਰੇ ਹੀ ਅਤੇ ਦਿਸ਼ਾ ਨੂੰ ਆਪਣੀ ਲਾਈਫ ਦਾ ਪਾਰਟ ਬਣਾਉਣਾ ਚਾਹੁੰਦੇ। ਅਤੇ ਇਸ ਤਰੀਕੇ ਨਾਲ ਇੱਕ ਮਤਲਬ ਬੜੀ ਇੰਟਰਸਟਿੰਗ ਅਤੇ ਬੜੀ ਅਨਯੂਜ਼ਬਲ ਵੀ ਹੋਏ ਅਤੇ ਬੜੀ ਇੰਟਰਸਟਿੰਗ ਜਿਹੜੀ ਸਾਡੇ ਇੱਕ ਹੋਸਪਿਟਲ ਵਿੱਚ ਮੇਰਾ ਜਿਹੜਾ ਹੋਸਪਿਟਲ ਦੇ ਵਿੱਚ ਪੱਕਾ ਹੋਇਆ ਰਿਸ਼ਤਾ ਹੈ। ਅੱਛਾ ਬਾਈ ਜੀ, ਘਰ ਦੇ ਮੰਨ ਗਏ ਸੀਗੇ ਜਦੋਂ ਤੁਸੀਂ ਮਤਲਬ ਕਿਹਾ ਕਿ ਮੈਂ ਇਹਨਾਂ ਦੇ ਨਾਲ ਜਿਹੜਾ ਹੈਗਾ ਹੁਣ ਵਿਆਹ ਕਰਾਉਣਾ ਹੈਗਾ ਹੈ, ਸਾਰਾ ਕੁਝ ਜਦੋਂ ਤੁਸੀਂ ਫੈਮਿਲੀ ਨੂੰ ਦੱਸਿਆ ਉਦੋਂ ਕੋਈ ਪ੍ਰਸ਼ਨ ਤਾਂ ਨਹੀਂ ਖੜੇ ਹੋਏ ਉਸ ਵਕਤ? ਘਰ ਦੇ ਮੰਨ ਗਏ ਸੀਗੇ? ਨਹੀਂ, ਮੈਂ ਇਸ ਚੀਜ਼ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ ਆਪਣੇ ਫੈਮਿਲੀ ਨੂੰ ਤੁਸੀਂ ਗੱਲ ਕਰਦੇ ਹੋ ਉਦੋਂ ਉਹ ਹਰੇਕ ਕੋਈ ਫੈਮਿਲੀ ਆਪਣੇ ਬੱਚੇ ਦੀ ਖੁਸ਼ੀ ਵੇਖਦੇ ਨੇ, ਅਤੇ ਉਹਨਾਂ ਦਾ ਦਿਮਾਗ 'ਚ ਇਹੀ ਹਰ ਇੱਕ ਦੇ ਫੈਮਿਲੀ, ਹਰ ਇੱਕ ਪੇਰੈਂਟਸ ਦੇ ਦਿਮਾਗ ਵਿੱਚ ਇਹੀ ਆਉਂਦਾ ਕਿ ਬੱਚੇ ਦਾ ਫਿਊਚਰ ਜਿਹੜਾ ਹੈਗਾ, ਜਿਹੜਾ ਸਾਥੀ ਹੋਵੇ ਉਹਨਾਂ ਦਾ ਫਿਊਚਰ ਜਿਹੜਾ ਉਹ ਚੰਗਾ ਰਹੇ। ਅਤੇ ਹਰ ਇੱਕ ਕੁਐਸਚਨ ਵੀ ਹੁੰਦੇ ਨੇ, ਉਹਨਾਂ ਨੂੰ ਜਦ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਵੀ ਇਹ ਚੀਜ਼ ਸਾਡੇ ਲਈ ਸਾਡੇ ਬੱਚੇ ਦੀ ਲਾਈਫ, ਜਿਹੜੀ ਬੱਚੇ ਦੀ ਖੁਸ਼ੀ ਜ਼ਰੂਰੀ ਹੈਗੀ ਆ, ਤੁਸੀਂ ਇਸ ਚੀਜ਼ ਤੋਂ ਐਕਸਪੈਕਟ ਹੈਗੇ ਆ ਜਾਂ ਖੁਸ਼ੀ ਐਕਸਪੈਕਟ ਕਰਦੇ ਹੋ, ਅਤੇ ਸਾਨੂੰ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈ। ਅਤੇ ਉਸ ਤੋਂ ਬਾਅਦ ਅਤੇ ਜਦੋਂ ਇਹਨਾਂ ਨੇ ਗੱਲ ਕੀਤੀ ਉਸ ਤੋਂ ਬਾਅਦ ਸਾਡੇ ਜਿਹੜੇ ਵਿਆਹ ਦੇ ਹੋਣ ਤੋਂ ਪਹਿਲਾਂ ਸਾਡਾ ਇੱਕ ਰੋਕਾ ਹੋਇਆ ਸੀਗਾ, ਅਤੇ ਰੋਕੇ ਹੋਣ ਤੋਂ ਬਾਅਦ ਸਾਡਾ 2 ਸਾਲ ਬਾਅਦ ਵਿਆਹ ਹੋਇਆ। ਅਤੇ ਉਹਨਾਂ ਵਿੱਚ ਉਹੀ ਦੌਰਾਨ ਜਿਹੜਾ ਫੈਮਿਲੀ ਨੇ, ਮੇਰੀ ਫੈਮਿਲੀ ਨਾਲ ਜਿਹੜੇ ਆਪਣੇ ਦਿਸ਼ਾ ਦਾ ਜਾਣਨਾ ਸ਼ੁਰੂ ਕੀਤਾ, ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ। ਅਤੇ ਜਿਹੜੀ ਇੱਕ ਉਹ ਚੀਜ਼ ਸੀਗੀ ਨਾ ਕਿ ਜਿਹੜੀ ਜਿਹੜੀ ਇਹਨਾਂ ਨੂੰ ਆਪਣੇ ਕਮੀ ਹੈ, ਪ੍ਰੋਬਲਮ ਹੈਗੀ ਆ, ਅਤੇ ਉਹ ਚੀਜ਼ ਮੇਰੇ ਖਿਆਲ ਨਾਲ ਕੋਸੋਂ ਦੂਰ ਹੋ ਗਈ ਸੀਗੀ। ਉਹ ਚੀਜ਼ ਕਿਤੇ ਮਾਇਨੇ ਨਹੀਂ ਰੱਖੀ ਜਦੋਂ ਇਹਨਾਂ ਨੂੰ ਜਾਣਨਾ ਸ਼ੁਰੂ ਕੀਤਾ, ਕਿਉਂਕਿ ਹਰ ਕੋਈ ਕਹਿੰਦਾ ਕਿ ਚਲੋ ਜਿਹੜੀ ਕੋਈ ਤੁਹਾਡਾ ਲਾਈਫ ਪਾਰਟਨਰ ਹੋਵੇ ਉਹ ਬਿਲਕੁਲ ਤੰਦਰੁਸਤ ਹੋਵੇ, ਫਿੱਟ ਹੋਵੇ, ਜਾਂ ਫਿਰ ਹੈ ਨਾ ਇਨ ਫਿਊਚਰ ਕੋਈ ਦਿੱਕਤ ਨਾ ਆਵੇ। ਬਟ
ਫੈਮਿਲੀ ਨੂੰ ਜਦੋਂ ਇਹਨਾਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜਾਂ ਫਿਰ ਇਹਨਾਂ ਨਾਲ ਆਪਣੇ ਸਾਰੇ ਸਮਾਂ ਬਿਤਾਉਣਾ ਸ਼ੁਰੂ ਕੀਤਾ ਨਾ, ਤੇ ਉਹ ਇੱਕ ਜਿਹੜਾ ਇਨਸਾਨ ਚੰਗੇ, ਕਿਉਂਕਿ ਮੈਂ ਦੱਸਣਾ ਚਾਹਾਂਗਾ ਇਹ ਇੱਕ ਨਾ ਇੰਟਰਨਲੀ ਇਨਸਾਨ ਬਹੁਤ ਚੰਗੇ ਨੇ ਆਪਣੇ ਤੋਂ ਪਹਿਲਾਂ। ਦੂਜਿਆਂ ਦੀ ਖੁਸ਼ੀ ਜਿਹੜੀ ਉਹ ਨਾ ਜ਼ਿਆਦਾ ਮਾਇਨੇ ਰੱਖਦੀ ਆ, ਉਹ ਚਾਹੇ ਮੇਰੀ ਹੋਵੇ ਚਾਹੇ ਫੈਮਿਲੀ ਦੀ ਹੋਵੇ। ਅਤੇ ਉਹ ਚੀਜ਼ ਹਰ ਇੱਕ ਲਈ, ਉਹ ਫੈਮਿਲੀ ਨਾਲ ਹਰ ਇੱਕ ਦੀ ਹੁੰਦੀ ਹੈ, ਕਿਉਂਕਿ ਜਿਨ੍ਹਾਂ ਦੇ ਇਹਨਾਂ ਨੇ ਦੱਸਿਆ ਕਿ ਮੇਰੇ ਸਿੰਗਲ ਚਾਈਲਡ ਹੈਗਾ, ਅਤੇ ਜਿਹੜਾ ਮੇਰਾ ਛੋਟਾ ਇੱਕ ਬ੍ਰਦਰ ਹੈ, ਸਿਸਟਰ ਹੈ, ਅਤੇ ਉਹ ਮੇਰੇ ਬ੍ਰਦਰ ਸਿਸਟਰ ਤੋਂ ਪਹਿਲਾਂ ਉਹ ਇਹਨਾਂ ਦਾ ਬ੍ਰਦਰ ਸਿਸਟਰ ਹੈ। ਉਹ ਕਹਿੰਦੇ ਮੇਰਾ ਵੀਰ ਹੈ, ਮੇਰੀ ਸਿਸਟਰ ਹੈ, ਅਤੇ ਉਹ ਚੀਜ਼ ਬੜੀ ਮਾਇਨੇ ਰੱਖਦੀ ਹੈ, ਅਤੇ ਉਹ ਚੀਜ਼ ਦਿੱਕਤ ਕਰਦੀ ਨੇ, ਕੁਛ ਨਹੀਂ ਕਰਦੀ। ਅੱਛਾ, ਤੁਹਾਨੂੰ ਪਤਾ ਲੱਗਿਆ ਸੀਗਾ ਕਿ ਤੁਸੀਂ ਤਾਂ ਚਲੋ ਅੰਦਰ ਤੁਹਾਡਾ ਟਰੀਟਮੈਂਟ ਚੱਲ ਰਿਹਾ ਸੀਗਾ, ਪਰ ਬਾਹਰ ਗੱਲ ਵਿਆਹ ਦੀ ਹੋ ਰਹੀ ਸੀ, ਪਤਾ ਲੱਗਿਆ? ਅਸੀਂ ਸੇਮ ਰੂਮ ਦੇ ਵਿੱਚ ਸੀਗੇ, ਮਤਲਬ ਨਹੀਂ, ਜਿਹੜੀ ਗੱਲ ਹੋਈ ਇਹਨਾਂ ਤੋਂ ਲੁਕੋ ਕੇ ਨਹੀਂ ਹੋਈ, ਇਹਨਾਂ ਸਾਹਮਣੇ ਹੋਈ ਹੈ। ਨਹੀਂ, ਅਸੀਂ ਸੇਮ ਰੂਮ ਚ ਸੀ। ਸਾਡੇ ਗੱਲਾਂ ਫੋਰਟਿਸ ਅੰਮ੍ਰਿਤਸਰ ਚ ਮੇਰਾ ਟ੍ਰਾਂਸਫਿਊਜ਼ਨ ਹੁੰਦਾ ਹੈ, ਤੇ ਇਨਫੈਕਟ ਜਦੋਂ ਇਹ ਉੱਥੇ ਆਏ ਸੀ ਉੱਥੇ ਅਲਾਉਡ ਵੀ ਨਹੀਂ ਹੁੰਦਾ, ਇੱਦਾਂ ਵਿਜ਼ਿਟਿੰਗ ਆਵਰਸ ਹੁੰਦੇ ਨੇ। ਹੁਣ ਇਹਨਾਂ ਨੇ ਪੂਰਾ ਦਿਨ ਸਪੈਂਡ ਕਰਨਾ ਸੀ, ਤੁਸੀਂ ਮੰਨੋ ਕਿ ਈਵਨ ਉਹ ਸਭ ਅੱਜ ਵੀ, ਮਤਲਬ ਕਿਉਂਕਿ ਬਚਪਨ ਤੋਂ ਮੈਂ ਉੱਥੇ ਜਾ ਰਹੀ ਹਾਂ ਨਾ, ਬਹੁਤ ਟਾਈਮ ਤੋਂ, ਅਤੇ ਸਾਰੇ ਮਤਲਬ ਜਿਹੜੇ ਉੱਥੇ ਡਾਕਟਰਸ ਨੇ, ਸਟਾਫ ਜਿਹੜੇ ਮੈਨੂੰ ਜਾਣਦੇ ਸੀ ਇੰਨੇ ਸਾਲਾਂ ਤੋਂ, ਜਿਵੇਂ ਮੈਨੂੰ ਦੇਖਦੇ ਆ ਰਹੇ ਸੀ, ਮੈਂ ਤਾਂ ਵੱਡੀ ਉੱਥੇ ਜਾ ਕੇ ਹੋਈ ਹਾਂ। ਖੁਦ ਕਹਿੰਦੇ ਨੇ ਕਿ ਸਾਡੇ ਸਾਹਮਣੇ ਹੱਥਾਂ 'ਚ ਸਾਡੇ ਵੱਡੀ ਹੋਈ ਹੈ। ਸੋ ਥੱਲੇ ਸਟਾਫ ਨੂੰ ਵੀ ਮੈਂ ਦੱਸਿਆ, ਮੈਂ ਕਿਹਾ ਮੇਰੇ ਅੱਜ ਕੋਈ ਨਾ ਬਹੁਤ ਸਪੈਸ਼ਲ ਗੈਸਟ ਆ ਰਹੇ ਹੈ, ਅਤੇ ਤੁਸੀਂ ਪਲੀਜ਼ ਉਹਨਾਂ ਨੂੰ ਅੱਜ ਅਲਾਓ ਕਰ ਦੇਣਾ ਕਿ ਉਹ ਉੱਪਰ ਆ ਸਕਣ, ਨਹੀਂ ਤਾਂ 1 ਆਵਰ ਦਾ ਹੀ ਟਾਈਮ ਹੁੰਦਾ ਹੈ। ਅਤੇ ਉਹ ਜਦੋਂ ਫਸਟ ਟਾਈਮ ਇਹ ਆਏ ਤਾਂ ਉਹਨਾਂ ਨੂੰ ਵੀ ਥੋੜ੍ਹਾ ਬਹੁਤ ਲੱਗਾ ਕਿ ਅੱਛਾ ਅੱਜ ਕੋਈ ਖਾਸ ਗੈਸਟ ਆ ਰਿਹਾ ਅਤੇ ਕੋਈ ਖਾਸ ਹੀ ਗੱਲ ਹੈ। ਫਿਰ ਉਸ ਤੋਂ ਬਾਅਦ ਜਦੋਂ ਆਏ, ਸਾਰਾ ਕੁਛ ਫਾਈਨਲ ਹੋ ਗਿਆ। ਮੇਰੇ ਜਿਹੜੇ ਮੋਮ ਸੀਗੇ, ਉਹਨਾਂ ਨੇ, ਮੰਮਾ ਨੇ ਇਹਨਾਂ ਦੇ ਪੇਰੈਂਟਸ ਨੂੰ ਵੀ ਇਨਵਾਈਟ ਕੀਤਾ ਸੀ ਕਿ ਤੁਸੀਂ ਆਉਣਾ, ਅਤੇ ਉਹਨਾਂ ਨੇ ਮੇਰੇ ਮੰਮਾ ਨੇ, ਇੱਧਰ ਮੇਰੇ ਮਦਰ ਇਨ ਲਾਅ ਨੇ ਬੋਲਿਆ, ਕਹਿੰਦੇ ਕਿ ਲਾਈਫ ਸਾਡੇ ਬੇਟੇ ਨੇ ਕੱਟਣੀ ਹੈ, ਅਤੇ ਇਹੀ ਆਏਗਾ, ਠੀਕ ਹੈ, ਇਹ ਆਏਗਾ, ਇਹਨੂੰ ਦੇਖਣ ਦੀ ਜ਼ਰੂਰਤ ਹੈ। ਕੱਲ੍ਹ ਨੂੰ ਅਗਰ ਇਹ ਸਾਨੂੰ ਕੋਈ ਕੰਪਲੇਂਟ ਕਰਦੇ ਨੇ ਜਾਂ ਕੁਛ ਵੀ ਇੱਦਾਂ ਕਹਿੰਦੇ ਨੇ, ਅਤੇ ਅਸੀਂ ਇਹਦੀ ਸੁਣਾਂਗੇ ਨਹੀਂ। ਅਤੇ ਉਹ ਨਹੀਂ ਆਏ, ਉਹਨਾਂ ਨੇ ਇਹਨਾਂ ਨੂੰ ਹੀ ਭੇਜਿਆ। ਔਰ ਤੁਸੀਂ ਬਿਲੀਵ ਨਹੀਂ ਕਰੋਗੇ ਕਿ ਮੈਂ ਆਪਣੇ ਮਦਰ ਇਨ ਲਾਅ ਨੂੰ, ਆਪਣੇ ਫਾਦਰ ਇਨ ਲਾਅ ਨੂੰ ਆਪਣੇ ਰੋਕੇ ਵਾਲੇ ਦਿਨ ਹੀ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਦੇਖਿਆ ਅਤੇ ਮੈਂ ਉਹਨਾਂ ਨੂੰ ਮਿਲੀ। ਅੱਛਾ, ਉਸ ਦਿਨ ਸਾਡਾ ਰੋਕਾ ਹੀ ਸੀ, ਜਿਸ ਦਿਨ ਤੁਹਾਡੀ ਮੁਲਾਕਾਤ? ਹਾਂਜੀ, ਉਹ ਫੰਕਸ਼ਨ, ਮੇਰੀ ਫੈਮਿਲੀ ਨੇ ਫੰਕਸ਼ਨ ਰੱਖਿਆ ਸੀ ਅੰਮ੍ਰਿਤਸਰ, ਔਰ ਉਸੇ ਦਿਨ ਉਹਨਾਂ ਨੇ ਮੈਨੂੰ ਦੇਖਿਆ ਸੀ। ਉਸ ਤੋਂ ਪਹਿਲਾਂ ਵੀ ਉਹ ਇੱਕ ਵਾਰੀ ਵੀ ਮੈਨੂੰ ਦੇਖਣ ਨਹੀਂ ਆਏ ਸੀ ਕਿ ਅਸੀਂ ਦੇਖਣਾ ਹੈ। ਔਰ ਜਿਸ ਦਿਨ ਮੈਂ ਫਸਟ ਟਾਈਮ ਉਹਨਾਂ ਨੂੰ ਮਿਲੀ ਸੀ, ਮਤਲਬ ਮੈਨੂੰ ਇਹਦਾ ਲੱਗਾ ਹੀ ਨਹੀਂ ਕਿ ਮੈਂ ਇਹਨਾਂ ਨੂੰ ਪਹਿਲੀ ਵਾਰ ਮਿਲ ਰਹੀ, ਮੈਨੂੰ ਲੱਗਦਾ ਸੀ ਇਹਨਾਂ ਦੀ ਬੇਟੀਆਂ। ਅਤੇ ਮਤਲਬ ਮੈਨੂੰ ਜ਼ਰਾ ਵੀ ਉਹਨਾਂ ਨੇ ਫੀਲ ਨਹੀਂ ਹੋਣ ਦਿੱਤਾ ਕੁਛ ਵੀ ਕਿ ਮੇਰੇ ਲਈ ਕੁਛ ਮਤਲਬ ਨਵਾਂ ਲੱਗਿਆ। ਔਰ ਇੰਨੀ ਵਾਰਮਲੀ ਮੰਮਾ ਨੇ ਮੈਨੂੰ ਆਪਣੀ ਸਾਰੀ ਫੈਮਿਲੀ ਨਾਲ, ਇਹਨਾਂ ਦੇ ਰਿਲੇਟਿਵਸ ਨਾਲ, ਸਾਰਿਆਂ ਦੇ ਨਾਲ ਇੰਟਰੋਡਿਊਸ ਕਰਵਾਇਆ ਉਸ ਦਿਨ। ਸੋ ਇੱਦਾਂ ਹੀ ਸੀ। ਔਰ ਉਸ ਤੋਂ ਬਾਅਦ ਤੇ ਫਿਰ ਮਤਲਬ ਹੌਸਪੀਟਲ ਵੀ ਸਭ ਨੂੰ ਪਤਾ ਲੱਗਣਿਆ, ਉਹ ਹੁਣ ਵੀ ਉੱਥੇ ਜਾਂਦੇ ਨੇ, ਅਤੇ ਇਹਨਾਂ ਦੀ ਇੱਦਾਂ ਖਾਤਰ ਹੁੰਦੀ ਹੈ ਜਿਵੇਂ ਉਹਨਾਂ ਦਾ ਜਵਾਈ ਹੈ। ਮੈਂ ਬਈ ਜਵਾਈ ਵੀ ਹੌਸਪੀਟਲ ਹੀ ਬਣਿਆ ਸੀਗਾ, ਅਤੇ ਹੌਸਪੀਟਲ ਜਾ ਕੇ ਮੇਰੀ ਜਵਾਈਆਂ ਵਾਂਗੂ ਸੇਵਾ ਹੁੰਦੀ ਹੈ। ਅੱਛਾ, ਇੱਕ ਘਰ ਦੇ ਵਿੱਚ ਹੁਣ ਚਲੋ ਵਿਆਹ ਹੋਇਆ, ਵਿਆਹ ਤੋਂ ਬਾਅਦ ਮੈਨੂੰ ਲੱਗਦਾ ਲੜਾਈਆਂ ਤਾਂ ਹੁੰਦੀਆਂ, ਹਰੇਕ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਨੇ ਹੁਣ। ਨਹੀਂ, ਕਿਹਦੇ ਨਾਲ, ਮਤਲਬ ਤੁਸੀਂ ਸਾਡੇ ਦੋਨਾਂ ਦੇ ਵਿੱਚ ਪੁੱਛ ਰਹੇ ਹੋ? ਸਾਡੇ ਦੋਨਾਂ ਦੇ ਵਿੱਚ ਆਈ ਮੀਨ ਮੈਂ ਇੰਨੀ ਸੌਫਟ ਹਾਂ, ਇਹ ਵੀ ਸੌਫਟ ਨੇ, ਬਸ ਇਹ ਉੱਤੋਂ ਥੋੜ੍ਹਾ ਮੈਨੂੰ ਕਈ ਵਾਰੀ ਜਿੱਦਾਂ ਇੱਕ ਡੈਡ ਸਾਊਂਡ ਕਰਦੇ ਨੇ ਨਾ, ਸਮਟਾਈਮਸ ਉੱਦਾਂ ਸਾਊਂਡ ਕਰਦੇ ਨੇ, ਪਰ ਕਦੀ ਵੀ ਇੱਦਾਂ ਗੁੱਸਾ ਨਹੀਂ ਹੋਏ ਕਿ ਮੈਨੂੰ ਲੱਗੇ ਕਿ ਸਾਡੀ ਵਿੱਚ ਲੜਾਈ ਹੋ ਰਹੀ ਹੈ। ਔਰ ਸਾਡਾ ਟੱਚਵੁੱਡ ਰਿਲੇਸ਼ਨ ਇਸ ਤਰ੍ਹਾਂ ਦਾ ਹੈ ਕਿ ਕੋਈ ਵੀ ਥੋੜ੍ਹੀ ਬਹੁਤ ਇੱਕ ਦੂਜੇ 'ਤੇ ਆ ਜਾਂਦਾ ਹੈ ਕਿਸੇ ਨਾਲ ਗੁੱਸਾ, ਔਰ ਮੇਜਰਲੀ ਮੈਂ ਹੀ ਇਰੀਟੇਟ ਕਰਦੀ ਹਾਂ। ਇਹ ਤਾਂ ਬਿਲਕੁਲ ਅੰਡਰਸਟੈਂਡਿੰਗ ਨੇ। ਔਰ ਇੱਕ ਹੁੰਦਾ ਨਾ ਜਿਹੜਾ ਉਹ ਲੇਡੀਜ਼ ਨੂੰ ਇੱਕ ਪੱਕੀ ਆਦਤ ਹੁੰਦੀ ਹੈ ਤਿਆਰ ਹੋਣ ਵਾਲਾ, ਮੈਂ ਤਿਆਰ ਹੋ ਕੇ ਅੱਧਾ ਪੌਣਾ ਘੰਟਾ ਬੈਠੇ ਰਹਿਣਾ, ਬੀਬੀ ਨੇ ਸ਼ੀਸ਼ੇ ਮੋਰੇ ਹੀ ਨਹੀਂ ਹਿੱਲਣਾ, ਉਹ ਇੱਕ ਪੱਕੀ ਹੈ। ਤੇ ਬਸ ਨਹੀਂ, ਉਹ ਚੀਜ਼ ਚਲੋ ਆਪਣੇ ਹਰ ਇੱਕ ਲਾਈਫ ਦਾ ਪਾਰਟ ਹੁੰਦਾ ਹੈ, ਲੇਡੀਜ਼ ਨੂੰ ਆਪਣੇ ਤਿਆਰ ਹੋਣ ਦਾ ਚਲੋ ਹਰ ਇੱਕ ਮੌਕਾ ਦਿੰਦਾ। ਬਸ ਇਹ ਹੈ ਕਿ ਮੈਂ ਚੀਜ਼ ਹੁੰਦਾ ਹੈ ਕਿ ਬਸ ਇੱਕ ਚੀਜ਼ ਤੋਂ ਥੋੜ੍ਹੀ ਆਪਣੇ ਹੁੰਦਾ ਹੈ ਕਿ ਮੈਂ ਜਿੰਨਾ ਜ਼ਿਆਦਾ ਹਰ ਇੱਕ ਚੀਜ਼ ਨੂੰ ਪੋਜ਼ੀਟਿਵ ਰਹਿਣਾ, ਇਹ ਥੋੜ੍ਹਾ ਜਿਹਾ ਉਸ ਚੀਜ਼ ਨੂੰ ਥੋੜ੍ਹਾ ਡੀਪਲੀ ਲੈਂਦੇ ਨੇ। ਮਤਲਬ ਕਿ ਮੈਨੂੰ ਹੁੰਦਾ ਕਿ ਮੈਂ ਆਪਣੇ ਅੰਦਰੋਂ ਟੈਨਸ਼ਨ ਲੈਣਾ ਕਿਸੇ ਚੀਜ਼ ਦਾ, ਅਗਰ ਕੋਈ ਕੰਮ ਨਾ ਹੋਵੇ ਤਾਂ ਚਲੋ ਸਟਰੈਸ ਹੁੰਦਾ ਜਾਂ ਟੈਨਸ਼ਨ ਹੁੰਦੀ ਹੈ, ਬਟ ਜ਼ਾਹਿਰ ਨਹੀਂ ਕਰਦਾ ਤਾਂ ਜਾਂ ਫਿਰ ਹੈ ਨਾ। ਅਤੇ ਉਹੀ ਮੈਂ ਇਹਨਾਂ ਨੂੰ ਫੀਲਿੰਗ ਕਹਿ ਰਿਹਾ, ਇੱਕ ਚੀਜ਼ ਹੁੰਦੀ ਹੈ ਕਿ ਕੋਈ ਵੀ ਟੈਨਸ਼ਨ ਆਉਂਦੀ ਹੈ, ਲਾਈਫ ਦਾ ਪਾਰਟ ਹੁੰਦੇ ਨੇ,
ਟੈਨਸ਼ਨ ਪਾਰਟ ਹੁੰਦੀ ਹੈ, ਇੱਕ ਸਟ੍ਰੈਸ ਆਉਂਦਾ ਪਾਰਟ ਹੁੰਦਾ, ਮੁਸ਼ਕਿਲ ਸਮਾਂ ਆਉਂਦਾ, ਚੰਗਾ ਮਾੜਾ ਹਰ ਇੱਕ ਲਾਈਫ 'ਚ ਸਮਾਂ ਆਉਂਦਾ ਰਹਿੰਦਾ, ਉਹ ਇੱਕ ਲਾਈਫ ਦਾ ਪਾਰਟ ਹੁੰਦਾ ਹੈ। ਬਸ ਕਿਸੇ ਚੀਜ਼ ਨੂੰ ਲੈ ਕੇ ਬੈਠਣਾ ਨਹੀਂ ਹੈ, ਕਿਸੇ ਚੀਜ਼ ਨੂੰ ਲੈ ਕੇ ਆਪਣੇ ਆਪ ਨੂੰ ਢਾਣਾ ਨਹੀਂ ਹੈ। ਇੰਜੋਏ ਬਸ, ਠੀਕ ਹੈ, ਸਮਾਂ ਹੈ, ਚੰਗਾ ਵੀ ਸਮਾਂ ਜੇ ਅਗਰ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹੇਗਾ, ਤੇ ਫਿਰ ਉਹ ਵੀ ਨਿਕਲ ਜਾਏਗਾ। ਅੱਛਾ, ਤੁਹਾਡੇ ਉੱਤੇ ਇੱਕ ਕਿਤਾਬ ਵੀ ਲਿਖੀ ਗਈ ਹੈ, ਪਾਕਿਸਤਾਨ ਦੇ ਕੋਈ ਰਾਈਟਰ ਰਹੇ ਨੇ, ਉਹਨਾਂ ਨੇ ਕਿਤਾਬ ਲਿਖੀ ਹੈ। ਉਹ ਕਿਤਾਬ ਜਦੋਂ ਲਿਖ ਕੇ ਤੁਹਾਨੂੰ ਕੁਰੀਅਰ ਹੋਈ, ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਉੱਤੇ ਕਿਤਾਬ ਲਿਖੀ ਗਈ ਹੈ, ਉਦੋਂ ਕੀ ਐਕਸਪ੍ਰੈਸ਼ਨ ਰਹੇ ਤੁਹਾਡੇ, ਉਦੋਂ ਤੁਹਾਡੇ ਮਨ ਦੇ ਵਿੱਚ ਕੀ ਚੱਲ? ਐਕਚੁਅਲੀ ਉਹ ਕਿਤਾਬ ਲਿਖੀ ਨਹੀਂ ਗਈ ਹੈ, ਮੈਂ ਤੁਹਾਨੂੰ ਇੱਥੇ ਕਰੈਕਟ ਕਰੂੰਗੀ। ਐਕਚੁਅਲੀ ਉਹ ਬੁੱਕ ਜਿਹੜੀ ਸੀਗੀ, ਬੁੱਕ ਦਾ ਨਾਮ ਹੈ ਦ ਕਿਸ ਆਫ ਲਾਈਫ। ਬੁੱਕ ਇਮਰਾਨ ਹਾਸ਼ਮੀ ਨੇ ਲਿਖੀ ਸੀ। ਜਦੋਂ ਉਹਨਾਂ ਦੇ ਬੇਟੇ ਨੇ ਬਲੱਡ ਕੈਂਸਰ ਤੋਂ ਰਿਕਵਰ ਕੀਤਾ ਸੀ, ਤਾਂ ਉਹਨਾਂ ਨੇ ਆਪਣੇ ਬੇਟੇ ਲਈ ਉਹ ਬੁੱਕ ਲਿਖੀ ਸੀ। ਉਸ ਬੁੱਕ ਦਾ ਬਹੁਤ ਸਾਰੀ ਲੈਂਗੁਏਜਿਸ ਦੇ ਵਿੱਚ ਜਿਹੜੀ ਆ ਬੁੱਕ ਮਤਲਬ ਉਸ ਬੁੱਕ ਨੂੰ ਟਰਾਂਸਲੇਟ ਕੀਤਾ ਗਿਆ। ਪਾਕਿਸਤਾਨ ਦੇ ਵਿੱਚ ਵੀ ਬੁੱਕ ਨੂੰ ਟਰਾਂਸਲੇਟ ਕੀਤਾ ਗਿਆ ਉਰਦੂ ਲੈਂਗੁਏਜ ਦੇ ਵਿੱਚ। ਅਤੇ ਲੱਕੀਲੀ ਉੱਥੇ ਜਦੋਂ ਮੈਂ ਜਰਨਲਿਜ਼ਮ ਕਰ ਰਹੀ ਸੀ, ਤਾਂ ਮੈਨੂੰ ਬਹੁਤ, ਕਿਉਂਕਿ ਮੇਰੇ ਫਾਦਰ ਇਨ ਲਾਅ ਪਾਕਿਸਤਾਨ ਤੋਂ ਇੱਥੇ ਮਾਈਗਰੇਟ ਹੋਏ ਸੀ ਬਹੁਤ ਟਾਈਮ ਪਹਿਲਾਂ, ਜਦੋਂ ਪਾਰਟੀਸ਼ਨ ਹੋਈ ਸੀ, ਅਤੇ ਮੈਂ ਉਹਨਾਂ ਤੋਂ ਬਹੁਤ ਸੁਣਦੀ ਰਹਿੰਦੀ ਸੀ ਉੱਥੋਂ ਦੇ ਬਾਰੇ, ਉੱਥੇ ਸਾਡੇ ਘਰ ਸੀ, ਕਿਹੜੀ ਜਗ੍ਹਾ 'ਤੇ ਸੀ। ਅਤੇ ਇਸ ਤਰ੍ਹਾਂ ਹੀ ਫਿਰ ਉੱਥੇ ਇੱਕ ਰਾਈਟਰ ਨੇ ਉਮੇਰ ਸ਼ਾਹ, ਉਹਨਾਂ ਦੇ ਨਾਲ ਮੇਰਾ ਕੋਂਟੈਕਟ ਹੋਇਆ ਫੇਸਬੁੱਕ ਦੇ ਥਰੂ, ਅਤੇ ਮੈਂ ਉਹਨਾਂ ਨੂੰ ਦੱਸਦੀ ਹੁੰਦੀ ਸੀ, ਔਰ ਉਹ ਮੈਨੂੰ ਲੋਕੇਸ਼ਨਸ 'ਤੇ ਜਾ ਕੇ ਜਗ੍ਹਾ ਦਿਖਾਉਂਦੇ ਸੀ। ਅਤੇ ਉਹਨਾਂ ਦਾ ਹੀ ਜਦੋਂ ਮਨ ਬਣਿਆ ਉਹ ਬੁੱਕ ਨੂੰ ਟਰਾਂਸਲੇਟ ਕਰਨ ਦਾ, ਤਾਂ ਉਹ ਮੇਰੀ ਲਾਈਫ ਤੋਂ ਬਹੁਤ ਇੰਸਪਾਇਰਡ ਹੋਏ ਸੀ, ਕਿਉਂਕਿ ਉਹਨਾਂ ਨੂੰ ਦੇਖਦੇ ਰਹਿੰਦੇ ਸੀ ਕਿ ਕੀ ਕੁਛ ਕਰ ਰਹੀਆਂ ਇਹ ਉਹ ਇਸ ਤਰ੍ਹਾਂ। ਅਤੇ ਫਿਰ ਉਹਨਾਂ ਨੇ ਉਸ ਬੁੱਕ ਦਾ ਜਿਹੜਾ ਉਹ ਵਰਜ਼ਨ ਸੀਗਾ, ਉਹ ਮੈਨੂੰ ਡੈਡੀਕੇਟ ਕੀਤਾ ਸੀ। ਤਾਂ ਜਦੋਂ ਬੁੱਕ ਪ੍ਰਿੰਟ ਹੋਈ, ਅਤੇ ਡੈਡੀਕੇਟਡਲੀ ਇੱਕ ਪੇਜ ਜਿਹੜਾ ਸੀ, ਉਹ ਪੂਰਾ ਮੇਰੀ ਫੋਟੋ ਦੇ ਨਾਲ ਵਿਦ ਅ ਨੋਟ, ਉਹ ਉਸ ਤਰ੍ਹਾਂ ਹੀ ਪ੍ਰਿੰਟ ਹੋਇਆ, ਅਤੇ ਉਹ ਬੁੱਕ ਉੱਥੇ ਡੈਡੀਕੇਟ ਕੀਤੀ ਗਈ। ਔਰ ਫਿਰ ਮੈਨੂੰ ਉਹਨਾਂ ਨੇ ਕਾਲ ਕਰਕੇ ਵੀ ਮਤਲਬ ਸਾਰਾ ਦਿਖਾਇਆ ਕਿ ਇਹ ਦੇਖੋ ਬੁੱਕ। ਫਿਰ ਉਹਨੇ ਬੁੱਕਸ ਵੀ ਕੋਰੀਅਰ ਕੀਤੀਆਂ, ਫਿਰ ਅਸੀਂ ਇੱਥੇ ਵੀ ਕਾਫੀ ਜਗ੍ਹਾ ਬੁੱਕਸ ਡਿਸਟਰੀਬਿਊਟ ਕਰਵਾਈਆਂ ਸੀਗੀਆਂ। ਅਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਨੇਬਰਿੰਗ ਕੰਟਰੀ, ਔਰ ਮੈਂ ਉੱਥੇ ਕਦੀ ਜਾ ਨਹੀਂ ਸਕਦੀ ਸੀ, ਕਿਉਂਕਿ ਔਰ ਮੇਰੀਆਂ ਰੂਟਸ ਉੱਥੋਂ ਹੀ ਨੇ। ਤਾਂ ਫਿਰ ਵੀ ਮੈਨੂੰ ਲੱਗਦਾ ਹੁੰਦਾ ਸੀ ਕਿ ਮੇਰੇ ਲਈ ਬਹੁਤ ਮਤਲਬ ਮਾਣ ਵਾਲੀ ਗੱਲ ਹੈ ਕਿ ਇੱਕ ਨੇਬਰਿੰਗ ਕੰਟਰੀ ਦੇ ਵਿੱਚ ਅਗਰ ਬੁੱਕ ਪੰਜਾਬ ਦੀ ਲੜਕੀ ਨੂੰ ਡੈਡੀਕੇਟ ਹੋਈ ਹੈ। ਅਤੇ ਡੈਡੀਕੇਟ ਜਿਹੜੀ ਉਹ ਇਹਨਾਂ ਨੇ ਸਾਰਾ ਇਨਫੋਰਮੇਸ਼ਨ ਉਹ ਦੇ ਦਿੱਤੀ, ਉਹ ਡੈਡੀਕੇਟ ਸਿਰਫ ਇਸ ਕਰਕੇ ਨੇ ਕਿ ਉਹਨਾਂ ਨੇ ਜਿਹੜੇ ਰਾਈਟਰ ਨੇ ਉਮੇਰ ਸ਼ਾਹ, ਉਹਨਾਂ ਨੇ ਇੱਕ ਸਟੋਰੀ ਇਹਨਾਂ ਪੜ੍ਹੀ ਸੀਗੀ ਕਿ ਚਲੋ ਥੈਲੇਸੀਮੀਆ ਇੱਕ ਬੱਚਾ ਹੈਗਾ ਅਤੇ ਉਹ ਇਸ ਚੀਜ਼ ਤੋਂ ਰਿਕਵਰ ਕਰ ਰਿਹਾ। ਥੈਲੇਸੀਮੀਆ ਜਾਂ ਬਲੱਡ ਦੀ ਜਿਹੜੀ ਆਪਣੇ ਡੈਫੀਸ਼ੀਐਂਸੀ ਤੋਂ ਜੂਝਦੇ ਹੋਏ, ਇਹਨਾਂ ਨੇ ਹੋਰ ਜਿਹੜੇ ਅੰਮ੍ਰਿਤਸਰ ਦੇ ਜਾਂ ਫਿਰ ਪੰਜਾਬ ਦੇ ਕਈ ਜਿਹੜੇ ਇਸ ਚੀਜ਼ ਤੋਂ ਬੱਚੇ ਜੂਝ ਰਹੇ ਨੇ, ਉਹਨਾਂ ਲਈ ਇੱਕ ਮਿਸਾਲ ਬਣੇ ਨੇ। ਉਹਨਾਂ ਲਈ ਅੱਗੇ ਬਲੱਡ ਦਾ ਰਿਕੁਆਇਰਮੈਂਟ ਪੂਰੀ ਕਰਨੀ, ਉਹਨਾਂ ਲਈ ਮੈਡੀਸਿਨ ਕਰਨ ਲਈ, ਉਹਨਾਂ ਲਈ ਸਰਕਾਰ ਤੱਕ ਲੜਨਾ, ਸਰਕਾਰੀ ਸਹੂਲਤਾਂ ਤੱਕ ਲੜਨਾ, ਉਹ ਸਰਕਾਰ ਕਰਨਾ। ਫਿਰ ਅੰਮ੍ਰਿਤਸਰ ਵਿੱਚ ਰਹਿ ਕੇ ਕਈ ਐਸੋਸੀਏਸ਼ਨ ਨਾਲ ਲਾ ਕੇ ਕਈ ਹੋਰ ਜਿਹੜੇ ਸੋਸ਼ਲ ਵਰਕਿੰਗ ਕਰਨੀਆਂ, ਉਹ ਚੀਜ਼ਾਂ ਮਤਲਬ ਕਿ ਸਾਰਿਆਂ ਚੀਜ਼ਾਂ ਨੂੰ ਦੇਖ ਕੇ, ਕਿਉਂਕਿ ਸੋਸ਼ਲੀ ਬਹੁਤ ਐਕਟਿਵ ਨੇ ਅੰਮ੍ਰਿਤਸਰ ਵਿੱਚ। ਇੱਕ ਕਿਸੇ ਨੂੰ ਵੀ ਅਗਰ ਇੱਕ ਨਾਮ ਨੇ ਦਿਸ਼ਾ ਸੇਠੀ, ਜਿਹੜਾ ਅੰਮ੍ਰਿਤਸਰ ਵਿੱਚ ਕਈ ਤਾਂ ਲੋਕ ਇਹਨਾਂ ਨੂੰ ਦਾ ਦਿਸ਼ਾ ਸੇਠੀ ਕਹਿ ਕੇ ਵੀ ਸੰਬੋਧਨ ਕਰਦੇ ਨੇ, ਅਤੇ ਉਸ ਚੀਜ਼ ਕਰਕੇ ਉਹ ਸਾਰੀ ਚੀਜ਼ਾਂ ਕਰਕੇ ਜਿਹੜੀਆਂ ਇਹਨਾਂ ਨੂੰ ਡੈਡੀਕੇਟ ਕੀਤਾ ਗਿਆ ਸੀ। ਅਤੇ ਇੱਕ ਚੀਜ਼ ਐਡ ਹੋਣ ਹੈਗੀ ਜਿਹੜੇ ਇਹਨਾਂ ਨੇ ਨਿਸ਼ਾਨੀ ਦੱਸੀ ਹੈਗੀ। ਅੱਛਾ, ਇੱਕ ਤੁਸੀਂ, ਕਿਉਂਕਿ ਤੁਸੀਂ ਇਸ ਚੀਜ਼ ਤੋਂ ਜਿਹੜਾ ਉਹ ਰਿਕਵਰ ਹੁੰਦੇ ਹੋ, ਹਰੇਕ 15-16 ਦਿਨਾਂ ਬਾਅਦ ਤੁਹਾਡਾ ਹੁੰਦਾ ਹੈ। ਤੁਸੀਂ ਜਿਵੇਂ ਲੜ ਰਹੇ ਹੋ ਲੋਕਾਂ ਦੇ ਲਈ, ਇਸ ਬਿਮਾਰੀ ਤੋਂ ਜੋ ਵੀ ਵਿਅਕਤੀ ਹੁੰਦਾ ਉਸ ਦੇ ਲਈ ਤੁਸੀਂ ਖੂਨ ਪ੍ਰੋਵਾਈਡ ਕਰਦੇ ਹੋ, ਇਸ ਦੇ ਵਿੱਚ ਸਰਕਾਰ ਤੁਹਾਡੀ ਕੋਈ ਮਦਦ ਕਰਦੀ ਹੈ ਜਾਂ ਫਿਰ ਤੁਸੀਂ ਇਹ ਸਾਰਾ ਸਰਕਲ ਜਿਹੜਾ ਹੈ ਉਹ ਚਲਾ ਰਹੇ ਹੋ? ਨਹੀਂ, ਫਿਲਹਾਲ ਤਾਂ ਇਸ ਤਰ੍ਹਾਂ ਹੈ ਕਿ ਬਹੁਤ ਜ਼ਿਆਦਾ ਫਾਈਟ ਕਰਨ ਤੋਂ ਬਾਅਦ ਬਹੁਤ ਸਾਲ, ਕਿਉਂਕਿ ਇਹਦੇ ਵਿੱਚ ਕੋਈ ਮੈਡੀਸਨ ਨਹੀਂ ਹੁੰਦੀ, ਇਹਦੇ 'ਚ ਸਿੰਪਲ ਇੱਕ ਮੈਡੀਸਨ ਹੁੰਦੀ ਹੈ ਜਿਹਨੂੰ ਆਇਰਨ ਚਲੇਸ਼ਨ ਕਹਿੰਦੇ ਆ। ਉਹਦੇ ਨਾਲ ਬੋਡੀ 'ਚ ਜਿਹੜਾ ਬਾਰ-ਬਾਰ ਬਲੱਡ ਚੜਾ ਕੇ ਆਇਰਨ ਓਵਰਲੋਡ ਹੋ ਜਾਂਦਾ ਹੈ, ਉਸਨੂੰ ਨਿਕਾਲਿਆ ਜਾਂਦਾ ਹੈ। ਅਤੇ ਉਹ ਡਿਫਰੈਂਟ ਤਰ੍ਹਾਂ ਦੀ ਮੈਡੀਸਨ ਆਉਂਦੀ ਹੈ, ਅਤੇ ਹਰ ਇੱਕ ਪੇਸ਼ੈਂਟ ਨੂੰ ਜੋ ਉਹਨੂੰ ਸੂਟੇਬਲ ਹੁੰਦੀ ਹੈ ਉਸ ਤਰ੍ਹਾਂ ਦੀ ਡਾਕਟਰਸ ਦੁਆਰਾ ਰਿਕਮੈਂਡ ਕਰ ਦਿੱਤੀ ਜਾਂਦੀ ਹੈ। ਅਤੇ ਮੈਡੀਸਨ ਪਹਿਲੇ ਬਹੁਤ ਜ਼ਿਆਦਾ ਕੋਸਟਲੀ ਸੀ, ਉਦੋਂ ਅਸੀਂ ਬਹੁਤ ਫਾਈਟ ਕਰਦੇ ਸੀ, ਅੱਜ ਤੋਂ ਕੁਛ ਸਾਲ ਪਹਿਲਾਂ, ਕਿ ਇਸ ਨੂੰ ਫ੍ਰੀ ਕੀਤਾ ਜਾਏ। ਮੈਂ ਬਹੁਤ ਸਾਰੀਆਂ ਲੈਟਰਸ ਲਿਖੀਆਂ ਸੀ। ਹਰ ਵਾਰੀ ਜਦੋਂ ਵੀ ਕੋਈ ਮਤਲਬ 5 ਸਾਲ ਤੋਂ ਬਾਅਦ ਨਵੇਂ ਚੀਫ ਮਿਨਿਸਟਰ ਆਉਂਦੇ ਸੀ, ਅਤੇ ਮੈਂ ਲੈਟਰ ਲਿਖਦੀ ਸੀ ਉਹਨਾਂ ਨੂੰ, ਉਦੋਂ ਮੈਂ ਪੜ੍ਹਦੀ ਸੀ। ਅਤੇ ਬਟ ਇਹ ਕਿ ਬਹੁਤ ਜ਼ਿਆਦਾ ਟਾਈਮ ਗੁਜ਼ਰਨ ਤੋਂ ਬਾਅਦ ਹੁਣ ਕੁਝ ਸਾਲ ਪਹਿਲੇ ਜਿਹੜੀ ਮੈਡੀਸਨ ਹੈ ਉਸਨੂੰ ਫ੍ਰੀ ਕਰ ਦਿੱਤਾ ਹੈ ਪੰਜਾਬ ਗੌਰਮੈਂਟ ਨੇ। ਬਟ ਹੁਣ ਉਸ
ਉਸ ਤੋਂ ਬਾਅਦ ਅਸੀਂ ਕਾਫੀ ਰਿਲੈਕਸਡ ਆਏ। ਨੋ ਡਾਊਟ ਬਲੱਡ ਜਿਹੜਾ ਹੈ ਉਹ ਗਵਰਨਮੈਂਟ ਹਸਪੀਟਲਸ 'ਚ ਵੀ ਮਿਲਦਾ ਹੈ, ਬਟ ਆਈ ਵਿਸ਼ ਕਿ ਉੱਥੋਂ ਦੀ ਵੀ ਜਿਹੜੀ ਕੁਆਲਿਟੀ ਹੈ ਬਲੱਡ ਦੀ ਉਹ ਅੱਛੀ ਹੋਏ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਕਈ ਵਾਰੀ ਉੱਥੋਂ ਦਾ ਬਲੱਡ ਵੀ ਦਿੱਕਤ ਕਰ ਜਾਂਦਾ ਹੈ। ਅਤੇ ਜਾਂ ਫਿਰ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ ਉੱਥੇ ਵੀ ਬਲੱਡ ਅੱਛਾ ਮਿਲ ਰਿਹਾ ਹੈ ਹੁਣ ਤਾਂ। ਗਵਰਨਮੈਂਟ 'ਚ ਵੀ ਹੁਣ ਪਹਿਲੇ ਨਾਲੋਂ ਬਹੁਤ ਜ਼ਿਆਦਾ ਸਿਚੁਏਸ਼ਨ ਨੋਰਮਲ ਹੋ ਗਈ ਹੋਈ ਹੈ, ਠੀਕ ਨੇ। ਸੋ ਆਪਣੇ ਕੰਫਰਟ ਦੇ ਅਕੋਰਡਿੰਗ ਲੋਕ ਬਲੱਡ ਟਰਾਂਸਫਿਊਜ਼ਨ ਲਈ ਜਾਂਦੇ ਹੈ, ਅਤੇ ਗਵਰਨਮੈਂਟ ਵੱਲੋਂ ਇੰਨੀ ਹੈਲਪ ਹੈ ਕਿ ਮੈਡੀਸਨ ਫ੍ਰੀ ਜ਼ਰੂਰ ਕਰ ਦਿੱਤੀ ਗਈ ਹੈ, ਬਟ ਹਾਲ ਦੇ ਵਿੱਚ ਮੇਰੇ ਕੰਟੈਕਟ 'ਚ ਕੋਈ ਫੋਨ ਕਾਲ ਦੇ ਥਰੂ ਪੇਰੈਂਟ ਆਏ ਸੀ ਔਰ ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਮੈਡੀਸਨ ਹੁਣ ਆ ਰਹੀ ਹੈ ਗਵਰਨਮੈਂਟ ਵੱਲੋਂ, ਉਹ ਮੈਡੀਸਨ ਜਿਹੜੀ ਹੈ ਉਹਦਾ ਜਿਹੜਾ ਕੰਪਨੀ ਹੈ ਉਹ ਬਹੁਤ ਮਤਲਬ ਲੋ ਕੰਪਨੀ ਜਿੱਦਾਂ ਹੁੰਦੀ ਹੈ ਨਾ, ਕਿ ਇੱਕ ਵੱਡਾ ਬ੍ਰਾਂਡ ਜਿੱਦਾਂ ਮੰਨ ਲਓ ਆਪਾਂ ਕੋਟ ਕਰਦੇ ਹਾਂ ਸਿਪਲਾ ਜਾਂ ਕੋਈ ਵੀ ਹੋਰ ਵੱਡੀ ਕੰਪਨੀ, ਹਾਂ ਉਹ ਕਹਿੰਦੇ ਹੁਣ ਇੰਨੀ ਅੱਛੀ ਕੰਪਨੀ ਦੀ ਨਹੀਂ ਆ ਰਹੀ ਕਿ ਅਸੀਂ ਉਸ ਤੋਂ ਸੈਟਿਸਫਾਈਡ ਨਹੀਂ ਹੋ ਰਹੇ। ਬਸ ਉਹ ਦਿੱਕਤ ਹੈ। ਜੋ ਆਈ ਵਿਸ਼ ਕਿ ਜਿੰਨੀ ਕੁ ਜਿਸ ਤਰ੍ਹਾਂ ਦੀ ਇਹ ਪ੍ਰੋਬਲਮ ਹੈ, ਇਸ ਦੇ ਵਿੱਚ ਹਰ ਬੱਚਾ, ਅਗਰ ਮੈਂ ਆਪਣੀ ਨੋਰਮਲ ਲਾਈਫ ਜੀ ਰਹੀ ਹਾਂ ਨਾ, ਤਾਂ ਹਰ ਬੱਚਾ ਆਪਣੀ ਨੋਰਮਲ ਲਾਈਫ ਜੀ ਸਕਦਾ ਹੈ ਅਗਰ ਉਹਨੂੰ ਸਿਚੁਏਸ਼ਨਸ ਹੈਲਪ ਕਰਨ ਗਵਰਨਮੈਂਟ। ਪੇਰੈਂਟਸ ਤੇ ਨੋ ਡਾਊਟ ਪੇਰੈਂਟਸ ਵੱਲੋਂ ਫਸਟ ਕੇਅਰ ਉਹਨਾਂ ਵੱਲੋਂ ਹੀ ਜਾਂਦੀ ਹੈ। ਮੇਰੇ ਪੇਰੈਂਟਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੀ ਕੇਅਰਿੰਗ 'ਤੇ, ਬਹੁਤ ਜ਼ਿਆਦਾ ਐਫਰਟਸ ਲਗਾਏ ਹੈ, ਤਾਂ ਹੀ ਮੈਂ ਅੱਜ ਇੱਥੇ ਬੈਠੀ ਹਾਂ ਆਰਾਮ ਦੇ ਨਾਲ। ਬਟ ਇੱਦਾਂ ਹੀ ਸਾਰੇ ਪੇਰੈਂਟਸ ਅਗਰ ਪ੍ਰੋਪਰ ਕੇਅਰ ਕਰਨ, ਅਤੇ ਦੂਸਰਾ ਇਹ ਕਿ ਅਗਰ ਇੱਦਾਂ ਹੀ ਟਰੀਟਮੈਂਟ ਪ੍ਰੋਵਾਈਡ ਹੋਣ ਦੇ ਵਿੱਚ ਕੋਈ ਕਮੀ ਨਾ ਰਹੇ, ਅਤੇ ਇਹਨਾਂ ਦੇ ਨਾਲ ਮਤਲਬ ਇੱਕ ਬੰਦਾ ਜਿਹੜਾ ਹੈ, ਜਿਹੜਾ ਅਗਰ ਥੈਲੇਸੀਮਿਕ ਹੈ ਵੀ ਹੈ, ਉਹ ਆਪਣੀ ਨੋਰਮਲ ਲਾਈਫ ਬਹੁਤ ਅੱਛੀ ਪੂਰੀ ਲਾਈਫ ਜੀ ਸਕਦਾ ਹੈ। ਉਹਨੂੰ ਫਿਰ ਇੰਨਾ ਹੀ ਲੱਗੇਗਾ ਕਿ ਠੀਕ ਹੈ, ਜਿੱਦਾਂ ਹਰ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅੱਜ ਕੱਲ੍ਹ ਨੋਰਮਲ ਬੰਦੇ ਮੈਡੀਸਨ ਖਾ ਰਹੇ ਹੁੰਦੇ ਆ, ਇਹਦੇ ਵਿੱਚ ਮੈਡੀਸਨ ਹੀ ਇਹਦਾ ਹੱਲ ਟਰਾਂਸਫਿਊਜ਼ਨ ਹੀ ਹੈ। ਬਟ ਉਹਨਾਂ ਨੂੰ ਫਿਰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਸਫਰ ਕਰ ਰਹੇ ਹਾਂ। ਮਤਲਬ ਮੈਂ ਨਹੀਂ ਇੰਨਾ ਸ਼ਾਇਦ ਫੀਲ ਕਰਦੀ, ਬਟ ਮੈਂ ਕਈ ਵਾਰੀ ਦੇਖਦੀ ਹਾਂ ਕਿ ਮੇਰੇ ਵਰਗੇ ਸੇਮ ਕੇਸਿਸ ਡਿਪਰੈਸ਼ਨ 'ਚ ਜਾਂਦੇ ਨੇ। ਉਹਨਾਂ ਨੂੰ ਬਸ ਇਹੀ ਸਮਝਣ ਦੀ ਲੋੜ ਹੈ ਕਿ ਅਗਰ ਉਹ ਆਪਣੀ ਗੁੱਡ ਕੇਅਰ ਕਰ ਰਹੇ ਆ ਜਾਂ ਉਹਨਾਂ ਦੇ ਪੇਰੈਂਟਸ ਉਹਨਾਂ ਦੀ ਗੁੱਡ ਕੇਅਰ ਕਰ ਰਹੇ ਆ ਔਰ ਉਹਨਾਂ ਨੂੰ ਗਵਰਨਮੈਂਟਸ ਵੱਲੋਂ ਪ੍ਰੋਪਰ ਜਿਹੜੀ ਹੈਲਪ ਮਿਲੇ। ਇੱਥੇ ਥੋੜ੍ਹੀ ਪ੍ਰੋਬਲਮ ਇਹ ਆਉਂਦੀ ਹੈ ਕਿ ਐਕਸਟਰਾ ਐਫਰਟ ਕਰਨੇ ਪੈਂਦੇ ਆਪਣੇ ਲਈ, ਓਵਰ ਫਾਈਟ ਕਰਨਾ ਪੈਂਦਾ ਆਪਣੇ ਵਾਸਤੇ, ਹੈ ਨਾ, ਫਿਰ ਵੀ ਕਈ ਵਾਰੀ ਸੁਣਵਾਈ ਨਹੀਂ ਹੁੰਦੀ। ਉਹ ਨਹੀਂ ਹੋਣਾ ਚਾਹੀਦਾ। ਅਗਰ ਤੁਸੀਂ ਬਹੁਤ ਜ਼ਿਆਦਾ ਹੈਲਪ ਨਹੀਂ ਕਰ ਸਕਦੇ, ਐਟਲੀਸਟ ਓਨਾ ਕੰਫਰਟ ਪੇਸ਼ੈਂਟਸ ਨੂੰ ਮਿਲਣਾ ਚਾਹੀਦਾ ਹੈ ਕਿ ਉਹ ਆਪਣੀ ਟੇਕ ਕੇਅਰ ਬਿਨਾਂ ਖੁਦ ਕਰ ਅੱਛਾ, ਸਕਣ। ਇੱਕ ਇਸ ਦਾ ਕੀ ਪ੍ਰਾਈਸ ਕੀ ਹੁੰਦਾ ਹੈ ਜੋ ਤੁਸੀਂ ਦੱਸ ਰਹੇ ਹੋ ਰੀਫਿਲ ਕਰਨਾ ਹੁੰਦਾ, ਉਸ ਦਾ ਕੀ ਪ੍ਰਾਈਸ ਹੁੰਦਾ? ਇਹ ਡਿਪੈਂਡ ਕਰਦਾ ਹੈ। ਗਵਰਨਮੈਂਟ ਹਸਪੀਟਲਸ ਦੇ ਵਿੱਚ ਬਲੱਡ ਦੀ ਕੋਸਟ ਨਹੀਂ ਹੈ, ਮੇਰੇ ਖਿਆਲ ਫ੍ਰੀ ਆਫ ਕੋਸਟ ਹੀ ਪ੍ਰੋਵਾਈਡ ਹੁੰਦਾ ਹੈ ਉੱਥੇ। ਅਗਰ ਤੁਸੀਂ ਪ੍ਰਾਈਵੇਟ 'ਚ ਜਾਓਗੇ ਤਾਂ ਹਰ ਹਸਪੀਟਲ ਦੇ ਆਪਣੇ ਪ੍ਰਾਈਜ਼ਸ ਨੇ। ਸੋ ਫੋਰਟਿਸ ਲਈ ਮੈਂ ਥੈਂਕਫੁਲ ਹਾਂ ਕਿਉਂਕਿ ਉਹ ਇੰਨੀ ਹੈਲਪ ਕਰਦੇ ਆ ਥੈਲੇਸੀਮਿਕ ਬੱਚਿਆਂ ਦੀ, ਕਿ ਕੁਛ ਬੱਚਿਆਂ ਨੂੰ ਜਿੱਦਾਂ ਉਹਨਾਂ ਨੇ ਮਤਲਬ ਆਪਣੇ ਵੱਲੋਂ ਜਿਵੇਂ ਕਿਹਾ ਹੋਇਆ ਕਿ ਕੁਛ ਬੱਚੇ ਜਿਵੇਂ ਉੱਥੇ ਜਾ ਰਹੇ ਨੇ, ਮੇਰੇ ਤੋਂ ਕਾਫੀ ਛੋਟੇ ਨੇ, ਜਾਂ ਮੈਂ ਜਾ ਰਹੀ ਹਾਂ, ਇੱਕ ਦੋ ਯੰਗਸਟਰਸ ਨੇ, ਬਾਕੀ ਛੋਟੇ ਨੇ, ਔਰ ਉਹ ਉੱਥੇ ਬਲੱਡ ਲਗਵਾ ਰਹੇ ਨੇ, ਅਤੇ ਫੋਰਟਿਸ ਨੇ ਇੱਕ ਉਹਨਾਂ ਦਾ ਸੈੱਟ ਪੈਕੇਜ ਰੱਖਿਆ ਹੋਇਆ ਹੈ। ਉਹਦੇ ਵਿੱਚ ਹੀ ਉਹਨਾਂ ਦਾ ਫੂਡ, ਰੂਮ ਰੈਂਟ, ਇਹ ਉਹ, ਉਹਨਾਂ ਤੋਂ ਕੋਈ ਸੈਪਰੇਟ ਚਾਰਜਿਸ ਨਹੀਂ ਹੁੰਦੇ। ਸੋ ਉਹ ਇੱਕ ਫਿਕਸਡ ਜਿਹੜੇ ਚਾਰਜਿਸ ਨੇ 16 to 1700 ਰੁਪੀਜ਼, ਔਰ ਉਹਦੇ ਵਿੱਚ ਉਹ ਸਭ ਕੁਝ ਪ੍ਰੋਵਾਈਡ ਕਰਦੇ ਨੇ ਤੁਹਾਨੂੰ, ਸਾਰਾ ਟਰੀਟਮੈਂਟ ਦਾ ਕੋਸਟ, ਔਰ ਤੁਹਾਨੂੰ ਉਸ ਦਿਨ ਦਾ ਰੂਮ ਦੇ ਚਾਰਜਿਸ ਵੀ ਇਨਕਲੂਡਿਡ ਨੇ, ਤੁਹਾਡਾ ਫੂਡ ਵੀ ਇਨਕਲੂਡਿਡ ਹੈ, ਕੇਅਰ, ਐਵਰੀਥਿੰਗ, ਸਭ ਕੁਝ। ਤੁਸੀਂ ਕਈ ਸੋਸ਼ਲ ਐਕਟੀਵਿਟੀਜ਼ ਵੀ ਕਰਦੇ ਹੈਗੇ ਹੋ, ਕਿਹੜੀ ਸੋਸ਼ਲ ਐਕਟੀਵਿਟੀਜ਼ ਤੁਸੀਂ ਕਰਦੇ ਹੋ? ਸੋਸ਼ਲ ਐਕਟੀਵਿਟੀਜ਼ ਬੇਸਿਕਲੀ ਇਹ ਹੈ ਕਿ ਹੁਣ ਪਹਿਲਾਂ ਤਾਂ ਬਹੁਤ ਜ਼ਿਆਦਾ ਕਰ ਰਹੀ ਸੀ, ਹੁਣ ਤਾਂ ਸਿਰਫ ਇਸ ਲਈ ਕਿਉਂਕਿ ਹੁਣ ਮੈਰਿਜ ਹੋ ਗਈ ਹੈ, ਅਤੇ ਮੇਰੇ ਮਦਰ ਯੋਗਾ ਮਤਲਬ ਯੋਗਾ ਕਲੱਬ ਦੇ ਪਤੰਜਲੀ ਦੇ ਸਟੇਟ ਪ੍ਰੈਜ਼ੀਡੈਂਟ ਨੇ, ਤਾਂ ਹੁਣ ਤਾਂ ਸਿਰਫ ਸਮਟਾਈਮਸ ਉਹਨਾਂ ਨੂੰ ਹੀ ਕੰਪਨੀ ਕਰਨ ਦਾ ਮੌਕਾ ਮਿਲਦਾ ਹੈ, ਜਾਂ ਫਿਰ ਸਿਟੀ ਦੇ ਵਿੱਚ ਕੋਈ ਇਵੈਂਟਸ ਹੋਣ। ਬਟ ਇਸ ਤੋਂ ਪਹਿਲਾਂ ਤੱਕ ਅੰਮ੍ਰਿਤਸਰ ਦੇ ਵਿੱਚ ਕਾਫੀ ਮਤਲਬ ਇੱਕ ਦੋ NGOs ਨਾਲ ਮੈਂ ਬਹੁਤ ਟਾਈਮ ਕੰਮ ਕਰ ਚੁੱਕੀ ਹਾਂ। ਵੋਇਸ ਆਫ ਅੰਮ੍ਰਿਤਸਰ ਉੱਥੇ NGO ਹੈ, ਉਹਨਾਂ ਨਾਲ ਬਹੁਤ ਟਾਈਮ ਕੰਮ ਕਰ ਚੁੱਕੀ ਹਾਂ। ਹੁਣ ਵੀ ਜਦੋਂ ਕਦੀ ਜਾਣ ਦਾ ਮੌਕਾ ਮਿਲਦਾ ਹੈ ਅੰਮ੍ਰਿਤਸਰ 'ਚ ਹੁੰਦੀ ਹਾਂ ਵੀਕਐਂਡ 'ਤੇ, ਤਾਂ ਚਲੇ ਜਾਂਦੀ ਹਾਂ, ਬਟ ਇਹ ਹੈ ਕਿ ਬਹੁਤ ਜ਼ਿਆਦਾ ਟਾਈਮ ਹੁਣ ਦੇ ਨਹੀਂ ਪਾ ਰਹੀ। ਲਾਸਟ ਦੇ ਵਿੱਚ ਮੇਰਾ ਪ੍ਰਸ਼ਨ ਰਹੇਗਾ, ਐਕਚੁਅਲ ਵਿੱਚ ਜਦੋਂ ਤੁਸੀਂ ਇਹ ਸਮਾਂ, ਕਿਉਂਕਿ 14-15 ਦਿਨਾਂ ਬਾਅਦ ਇਹ ਟਾਈਮ ਆਉਂਦਾ ਹੈ, ਇਸ ਟਾਈਮ ਨਾਲ ਤੁਸੀਂ ਕਿਵੇਂ ਬਤੀਤ ਕਰਦੇ ਹੋ? ਦੋਨਾਂ ਤੋਂ ਪੁੱਛੋ। ਜਦੋਂ ਟਰਾਂਸਫਿਊਜ਼ਨ ਦਾ ਟਾਈਮ ਆਉਂਦਾ ਹੈ, ਟਰਾਂਸਫਿਊਜ਼ਨ ਦਾ ਇਹੀ ਹੈ ਕਿ ਜਾਣ ਤੇ ਦਿਲ ਤਾਂ ਨਹੀਂ ਕਰਦਾ, ਪਰ ਪਤਾ ਵੀ ਹੈ ਕਿ ਜ਼ਰੂਰੀ ਹੈ। ਉਹ ਜਿਸ ਤਰ੍ਹਾਂ ਇਹ ਗੱਲ ਕਰ ਰਹੇ ਸੀ ਕਿ ਮੇਰੇ ਫੇਸ 'ਤੇ ਮੇਰੀ ਟੈਨਸ਼ਨ ਦਿਖ ਜਾਂਦੀ ਹੈ, ਸੋ ਐਸਾ ਕੁਛ ਨਹੀਂ ਕਿ ਕੁਛ ਫੀਲ ਹੁੰਦਾ, ਬਸ ਇਹ ਹੁੰਦਾ ਕਿ ਸਮਟਾਈਮਸ ਥੋੜ੍ਹੀ ਲੋ ਫੀਲਿੰਗ ਹੁੰਦੀ ਹੈ। ਔਰ ਮੈਂ ਆਪਣਾ 15 days ਦਾ ਟਾਈਮ ਸੈੱਟ ਕੀਤਾ ਹੋਇਆ ਹੈ,
ਸਮ ਕਿ ਮੈਂ 15 ਡੇਜ਼ ਬਾਅਦ ਜਾਣਾ ਹੀ ਜਾਣਾ ਹੈ, ਉਹ ਇਸ ਲਈ ਸੈੱਟ ਕੀਤਾ ਹੋਇਆ ਹੈ ਕਿਉਂਕਿ ਅਗਰ ਅਸੀਂ ਜ਼ਿਆਦਾ ਦਿਨ ਨਿਕਾਲਦੇ ਹਾਂ ਨਾ ਤੇ ਫਿਰ ਉਹ ਬੋਡੀ ਹੋਰ ਲੋ ਫੀਲ ਕਰਦੀ ਰਹਿੰਦੀ ਹੈ, ਥਕਾਵਟ ਇਹ ਵੋ। ਅਤੇ ਉਸ ਤੋਂ ਪਹਿਲਾਂ ਹੀ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਮਤਲਬ ਟਾਈਮ ਨਾਲ ਹੀ ਲਗਵਾ ਲਓ ਸੋ ਦੈਟ ਤੁਹਾਨੂੰ ਉਹ ਚੀਜ਼ਾਂ ਨਾ ਹੋਣ। ਪਰ ਕਿਸ ਦਾ ਦਿਲ ਕਰਦਾ ਹੈ, ਕਈ ਵਾਰੀ ਬੰਦਾ ਥੱਕ ਜਾਂਦਾ ਹੈ। ਹੁਣ ਮੈਨੂੰ ਕਈ ਵਾਰ ਲੱਗਦਾ ਯਾਰ ਇਤਨੇ ਸਾਲ ਹੋ ਗਏ ਹੈ ਕਰਦੇ, ਆਈ ਵਾਜ਼ ਆਫ 6 ਮੰਥਸ ਜਦੋਂ ਸਟਾਰਟ ਹੋਇਆ ਸੀ, ਠੀਕ ਹੈ, ਅਤੇ ਹੁਣ ਮੇਰੀ ਏਜ 34 ਈਅਰਸ ਹੈ। ਅਤੇ ਮਤਲਬ ਉਹ ਸਿਰਫ ਇਸੇ ਲਈ ਇੰਨਾ ਟਾਈਮ ਵੀ ਨਿਕਲ ਗਿਆ ਕਿਉਂਕਿ ਇੱਕ ਕੇਅਰ ਪ੍ਰੋਪਰ ਹੋਈ ਹੈ। ਅਤੇ ਜੋ ਇਹ ਮੈਨੂੰ ਇਸੇ ਲਈ ਗੁੱਸਾ ਕਰਦੇ ਆ ਕਿ ਜੇ ਇੱਥੇ ਤੱਕ ਸਭ ਕੁਛ ਠੀਕ ਰਿਹਾ ਹੈ ਅਤੇ ਤੇਰੇ ਫੇਸ 'ਤੇ ਉਹ ਟੈਨਸ਼ਨ ਨਹੀਂ ਆਉਣੀ ਚਾਹੀਦੀ ਹੈ। ਮੇਰੇ ਫੇਸ 'ਤੇ ਦਿਖਦਾ ਹੈ। ਸੋ ਹੀ ਇਜ਼ ਮਾਈ ਪਾਰ। ਹਮੇਸ਼ਾ ਮੈਨੂੰ ਜਦੋਂ ਵੀ ਮੈਂ ਇੱਦਾਂ ਮਤਲਬ ਡੋਲਦੀ ਹਾਂ ਥੋੜ੍ਹਾ ਬਹੁਤ ਕਿ ਨਹੀਂ, ਤਾਂ ਫਿਰ ਇਹ ਮੈਨੂੰ ਬਿਲਕੁਲ ਪੁਸ਼ ਬੈਕ ਕਰਦੇ ਨੇ, ਹਿੰਮਤ ਦਿੰਦੇ ਨੇ ਕਿ ਯਾਰ ਕੋਈ ਨਹੀਂ ਹੈ, ਬਿਲਕੁਲ ਟੈਨਸ਼ਨ ਫਰੀ ਰਹੋ, ਰਿਲੈਕਸਡ ਰਹੋ, ਸਭ ਸਹੀ ਹੋਏਗਾ। ਔਰ ਜਦੋਂ ਇਹ ਨਾਲ ਹੁੰਦੇ ਨੇ ਸਭ ਸਹੀ ਹੁੰਦਾ ਹੈ। ਮੈਂ ਜੀ ਤੁਹਾਡੇ ਤੋਂ ਪੁੱਛੂੰਗਾ ਕਿਉਂਕਿ ਚਲੋ ਇਹਨਾਂ ਦਾ ਟਰੀਟਮੈਂਟ ਹੁੰਦਾ ਹੈ, ਬਟ ਤੁਸੀਂ ਐਕਚੁਅਲ ਦੇ ਵਿੱਚ ਤੁਸੀਂ ਸਭ ਕੁਝ ਦੇਖ ਰਹੇ ਹੁੰਦੇ ਹੋ, ਉਹ ਸਮਾਂ ਉਹ ਟਾਈਮ ਕਿਵੇਂ ਤੁਸੀਂ ਕੱਢਦੇ ਹੋ? ਟਾਈਮ ਇੱਕ ਤੁਹਾਨੂੰ ਦੱਸਣਾ, ਜਿਵੇਂ ਕਹਿੰਦੇ ਨੇ ਕਿ 15 ਦਿਨਾਂ ਬਾਅਦ ਟ੍ਰਾਂਸਫਿਊਸ਼ਨ ਹੁੰਦਾ ਹੈ ਅਤੇ ਕਈਆਂ ਨੂੰ ਮਜਬੂਰੀ ਲੱਗਦੀ ਹੁਣ ਉਹ ਇੱਕ ਚੀਜ਼। ਹੁਣ ਮੈਂ ਤਾਂ ਇਹਨਾਂ ਨੂੰ 2 ਸਾਲ ਸਾਡੀ ਮੈਰਿਜ ਨੂੰ ਹੋਈ ਹੈ, 2 ਸਾਲ ਹੋਇਆ, ਅਤੇ ਉਸ ਤੋਂ ਪਹਿਲਾਂ ਆਪਣੇ ਰੋਕ ਕੇ 2 ਸਾਲ ਹੋਇਆ, ਮਤਲਬ ਕਿ 4-5 ਸਾਲ ਜਾਂ 3 ਚਿਰ ਹੋਇਆ। ਅਤੇ ਮੈਨੂੰ ਇਹਨਾਂ ਤੋਂ ਹਿੰਮਤ ਮਿਲਦੀ ਹੈ ਕਿ ਮੈਨੂੰ ਤਾਂ ਸਿਰਫ 4 ਸਾਲ ਹੋਏ ਨੇ ਨਾਲ ਇਹਨਾਂ ਦੇ, ਅਤੇ ਜਿਹੜਾ ਬੱਚਾ ਮਤਲਬ ਕਿ ਪਿਛਲੇ ਜਿਹਨਾਂ ਨੇ ਦੱਸਿਆ 6 ਮਹੀਨੇ ਤੋਂ, ਉਦੋਂ ਤੋਂ ਕੰਟੀਨਿਊ ਇਸ ਚੀਜ਼ ਤੋਂ ਪ੍ਰੋਸੈਸ ਕਰ ਰਿਹਾ। ਜਦ ਇਹ ਇਸ ਚੀਜ਼ ਨਾਲ ਆਪਣੇ ਜਾਂਦੇ ਨੇ ਬੜਾ ਨੋਰਮਲੀ ਲੈਂਦੇ ਨੇ ਇਸ ਚੀਜ਼ ਨੂੰ ਕਿ ਹਾਂ ਵੀ ਇੱਕ ਹੁੰਦਾ ਹੈ, ਪਾਰਟ ਆਫ ਦਾ ਲਾਈਫ ਹੈਗਾ। ਅਤੇ ਅਸੀਂ ਅਤੇ ਮੈਂ ਕਹਿੰਦਾ ਜਦ ਇਹ ਇੰਨੇ ਚੀਜ਼ ਹੋ ਕੇ ਆਪਣੇ ਇੰਨੇ ਸਾਲਾਂ ਤੋਂ ਇਸ ਚੀਜ਼ ਨੂੰ ਗੁਜ਼ਰੇ ਨੇ, ਅਤੇ ਮੈਂ ਕੌਣ ਹੁੰਦਾ ਹੈ ਇਸ ਚੀਜ਼ ਦੇ ਬਾਰੇ ਟੈਨਸ਼ਨ ਲੈਣ ਵਾਲਾ, ਜਾਂ ਫਿਰ ਮਤਲਬ ਕੀ ਹੈ ਇੱਕ ਇਹਨਾਂ ਦਾ ਪਾਰਟ ਆ, ਇਹਨਾਂ ਨੂੰ ਸਪੋਰਟ ਦਿੰਦਾ। ਅਤੇ ਇਹਨਾਂ ਤੋਂ ਹਿੰਮਤ ਮਿਲਦੀ ਹੈ ਕਿ ਇਹ ਜਦੋਂ ਇੰਨੇ ਸਾਲਾਂ ਤੋਂ ਕਰ ਰਹੇ ਅਤੇ ਮੇਰੇ ਲਈ ਤਾਂ ਇੱਕ ਬੜੀ ਛੋਟੀ ਚੀਜ਼ ਹੈ। ਅਤੇ ਮੈਂ ਤਾਂ ਕਿਉਂਕਿ ਨਾਲ ਜਾਂਦਾ, ਇੱਕ ਸਪੋਰਟ ਹਰ ਵੇਲੇ ਨਾਲ ਰਹਿੰਦੀ ਹੈ, ਇੱਕ ਮੋਰਲ ਸਪੋਰਟ ਰਹਿੰਦੀ ਹੈ, ਕਿਉਂਕਿ ਮੈਂ ਆਪਣੀ ਲਾਈਫ ਨੂੰ ਬੜੇ ਪੋਜ਼ੀਟਿਵ ਵੇ ਨਾਲ ਲੈਂਦਾ ਹਰ ਇੱਕ ਚੀਜ਼ ਨੂੰ, ਚਾਹੇ ਉਹ ਚੰਗੀ ਚੀਜ਼ ਹੋਵੇ, ਚਾਹੇ ਮਾੜੀ ਚੀਜ਼ ਹੋਵੇ, ਦੁੱਖ ਹੋਵੇ, ਸੁੱਖ, ਬੜੀ ਪੋਜ਼ੀਟਿਵ ਵੇ ਨਾਲ ਲੈਂਦਾ ਕਿ ਹਾਂ ਵੀ ਚਲੋ। ਤਾਂ ਜਿਵੇਂ ਪਹਿਲਾਂ ਕਿਹਾ ਨਾ ਕਿ ਇੱਕ ਜਿਹੜਾ ਚੰਗਾ ਸਮਾਂ ਅਗਰ ਨਹੀਂ ਰਹਿੰਦਾ ਤਾਂ ਮਾੜਾ ਸਮਾਂ ਵੀ ਗੁਜ਼ਰਿਆ ਗਿਆ। ਜਿਵੇਂ ਇਹਨਾਂ ਨੇ ਕਿਹਾ ਕਿ ਕਈ ਵਾਰੀ ਇਹ ਕਿ ਹਾਂ ਥੱਕ ਜਾਂਦੇ ਨੇ ਕਿ ਇੰਨੇ ਸਾਲ ਹੋ ਗਏ ਯਾਰ, ਕਦੀ ਤਾਂ ਇਹ ਚੀਜ਼ ਖਤਮ ਹੋਈ। ਅਸੀਂ ਤਾਂ ਇਹ ਕਿ ਅਸੀਂ ਉਸ ਚੀਜ਼ ਨੂੰ ਚਲੋ ਲੱਗੇ ਹੋਏ ਹਾਂ, ਇੱਕ ਰੱਬ ਦੀ ਮਿਹਰ ਹੀ ਕਹਾਂਗੇ ਅਗਰ ਹੁੰਦੀ ਹੈ ਅਤੇ ਉਹ ਚੀਜ਼, ਨਹੀਂ ਤਾਂ ਅਗਰ ਚਲੋ ਚੱਲਦਾ ਵੀ ਇਹਦਾ ਪਾਰਟ ਆਫ ਲਾਈਫ। ਅਤੇ ਇਸ ਚੀਜ਼ ਦਾ ਰੱਬ ਤੋਂ ਸ਼ਿਕਵਾ ਨਹੀਂ ਹੈ ਕੋਈ, ਸ਼ਾਇਦ ਇਹੀ ਸਾਡਾ ਬਹਾਨਾ ਬਣਨਾ ਸੀ ਇੱਕ ਦੂਜੇ ਨੂੰ ਮਿਲਣ ਦਾ, ਅਤੇ ਇਹਦੇ ਨਾਲ ਹੀ ਮਿਲੇ ਹੈਗੇ ਹਾਂ। ਇਸ ਚੀਜ਼ ਨਾਲ ਮਿਲ ਕੇ ਆਪਣੇ ਲਾਈਫ ਨੂੰ ਅਸੀਂ ਚੰਗੀ ਤਰ੍ਹਾਂ ਜੀਆ ਵੀ ਆ, ਸੋਸ਼ਲੀ ਐਕਟਿਵ ਚਲੋ ਇਹ ਵੀ ਰਹੇ ਨੇ, ਮੈਂ ਵੀ ਥੋੜ੍ਹਾ ਬਹੁਤ ਰਹਿਣਾ। ਅਤੇ ਇਹਨਾਂ ਨਾਲ ਮਿਲਣ ਤੋਂ ਬਾਅਦ ਇਹ ਜਿਹੜੀ ਇੱਕ ਸਟੋਰੀ ਆ ਰਹੀ ਹੈਗੀ ਥੈਲੇਸੀਮੀਆ ਪਾਰਟ ਆਫ, ਅਤੇ ਇਹਦੇ ਇਸੇ ਚੀਜ਼ ਕਰਕੇ ਸਾਨੂੰ ਲਾਸਟ ਜਿਹੜਾ ਹੁਣ ਆਪਣੇ ਵੈਲੈਂਟਾਈਨਸ ਡੇ ਸੀਗਾ, ਅਤੇ ਵੀ ਆਰ ਦੀ ਫੇਅਰਵੈਲ ਜੋੜੀ ਆਫ ਦੀ ਜਲੰਧਰ, ਸਾਨੂੰ ਜਲੰਧਰ ਟਾਈਟਲ ਵੀ ਮਿਲਿਆ, ਅਸੀਂ ਉਸ ਚੀਜ਼ ਨਾਲ ਜਿੱਤੇ ਵੀ ਹੈਗੇ। ਹੋਰ ਵੀ ਬੜੇ ਮਤਲਬ ਕਿ ਇੱਕ ਸੋਸ਼ਲੀ ਬੜੀ ਇੱਕ ਪਹਿਚਾਣ ਵੀ ਮਿਲੀ ਆ। ਕੰਮ ਤਾਂ ਚਲੋ ਸਾਡਾ ਕਰਦਾ ਇੱਕ ਨਿਊਜ਼ ਅਦਾਰੇ ਨਾਲ ਜੁੜੇ ਹੋਏ ਸਾਡਾ ਕੰਮ ਚੱਲ ਰਿਹਾ, ਪਿਛਲੇ 10 ਸਾਲ ਤੋਂ ਕੰਮ ਚੱਲ ਰਿਹਾ, ਉਹ ਚੀਜ਼ ਚੱਲ ਰਿਹਾ, ਇੱਕ ਪਬਲਿਕ ਪਹਿਚਾਣ ਤੋਂ ਵੀ ਬਣੀ ਆ। ਬਟ ਇੱਕ ਐਜ਼ ਏ ਪਾਰਟ ਇੱਕ ਜੋੜੀ ਦੇ ਤੌਰ 'ਤੇ ਜਿਹੜੀ ਇੱਕ ਪਹਿਚਾਣ ਹੁਣ ਮਿਲਦੀ ਹੈ ਨਾ, ਅਤੇ ਉਹ ਜਿਹੜੀ ਇੱਕ ਲਾਸਟਲੀ ਜਿਹੜਾ ਤੁਹਾਨੂੰ ਦੱਸਿਆ ਜਿਹੜਾ ਆਪਣੇ ਟਾਈਟਲ ਮਿਲਿਆ ਉਹਦੇ ਕਰਕੇ, ਜਾਂ ਹੋਰ ਜਿਹੜੀ ਬੜੀ ਚੀਜ਼ ਹੈਗੀ ਜਿਹੜੀ ਸਾਡੀ ਸਟੋਰੀ ਜਿਹਨੂੰ ਸਾਡੀ ਪਤਾ ਹੈ, ਅਤੇ ਉਹ ਇੱਕ ਬੜੇ ਪੋਜ਼ੀਟਿਵ ਵੇ ਨਾਲ ਰਹਿੰਦੇ। ਸਾਨੂੰ ਇੱਕ ਇੰਸਪੀਰੇਸ਼ਨਲ ਜੋੜੀ ਜਦੋਂ ਟੈਗ ਮਿਲਦਾ ਨਾ ਕਿ ਤੁਸੀਂ ਇੱਕ ਮਿਸਾਲ ਹੋ ਜਿਹੜੀ ਸਮਾਜ ਲਈ, ਅਤੇ ਉਹ ਇੱਕ ਬੜੀ ਖੁਸ਼ੀ ਮਿਲਦੀ ਹੈ। ਅਤੇ ਜਦੋਂ ਪਰਿਵਾਰ ਦਾ ਸਾਥ ਹੋਵੇ, ਇੱਕ ਦੂਜੇ ਦਾ ਸਾਥ ਚੰਗਾ ਹੋਵੇ, ਸਭ ਤੋਂ ਵੱਡੀ ਇਹ ਚੀਜ਼ ਹੈ ਕਿ ਦੋਵੇਂ ਪਰਿਵਾਰਾਂ ਦਾ, ਚਾਹੇ ਆਪਣਾ ਪੇਕਾ ਇਹਨਾਂ ਦਾ ਘਰ ਹੋਵੇ, ਚਾਹੇ ਇਹਨਾਂ ਦਾ ਸਹੁਰਾ ਘਰ ਹੋਵੇ, ਮਤਲਬ ਕਿ ਕਪੂਰਥਲੇ ਮੇਰੇ ਆਪਣੇ ਨੇ, ਮੇਰੇ ਆਪਣੇ ਇਨਲੋਜ਼ ਅੰਮ੍ਰਿਤਸਰ ਨੇ, ਦੋਵੇਂ ਪਰਿਵਾਰਾਂ ਜੋ ਸਾਥ ਮਿਲਦਾ ਨੇ, ਅਤੇ ਪੂਰੇ ਪਰਿਵਾਰ ਦਾ ਜੋ ਸਾਥ, ਹੋਰ ਵੀ ਜਿਹੜੀ ਜਦੋਂ ਪੂਰੇ ਪਰਿਵਾਰ ਦਾ ਸਾਥ ਮਿਲ ਰਿਹਾ ਨਾ, ਅਤੇ ਇੱਕ ਬੜੀ ਜ਼ਿੰਦਗੀ ਬੜੀ ਅੱਛੀ ਹੈ, ਬੜੀ ਚੰਗੀ ਹੈ, ਅਤੇ ਬੜੇ ਸਕੂਨ ਵਾਲੀ। ਇੱਦਾਂ ਹੀ ਉਮੀਦ ਕਰਦੇ ਹਾਂ ਤੁਹਾਡੀ ਜ਼ਿੰਦਗੀ ਬੜੀ ਚੰਗੀ ਲੱਗੇ ਅਤੇ ਇੱਦਾਂ ਹੀ ਰਵੇ, ਹਮੇਸ਼ਾ ਖੁਸ਼ ਰਹੋ ਤੁਸੀਂ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਵੇਗੀ। ਦਿਸ਼ਾ ਨੇ ਜੋ ਗਰੁੱਪ ਨੇ ਜਿਨ੍ਹਾਂ ਦੀ ਤੁਹਾਡੇ ਤੱਕ ਸਟੋਰੀ ਪਹੁੰਚਾਈ ਹੈ, ਇੱਕ ਵੱਖਰੀ ਲਾਈਫ ਜੀ ਰਹੇ ਨੇ, ਕਿਵੇਂ ਜੀ ਰਹੇ ਨੇ ਉਹ ਸਾਰਾ ਕੁਝ ਇਹਨਾਂ ਨੇ ਤੁਹਾਨੂੰ ਜਿਹੜਾ ਹੈ ਬਰੀਫ ਦੇ ਵਿੱਚ ਦੱਸਿਆ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇਗੀ। ਵੀਡੀਓ ਚੰਗੀ ਲੱਗੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਜਲੰਧਰ।